ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ ਕੁਝ ਸਮਾਂ ਜੀਵਨ ਦੇ ਸਵਾਸਾਂ ਨੂੰ ਸਫਲ ਕਰਨ ਦਾ ਪ੍ਰਾਪਤ ਹੋਇਆ ਹੈ। ਉਹ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੁੰਦੇ ਹਨ ਉਹਨਾਂ ਨੂੰ ਵੀ ਸਮਾਂ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਕਰਮਾਂ ਵਿੱਚ ਨਹੀਂ ਹੁੰਦਾ ਉਹਨਾਂ ਦੇ ਭਾਵੇਂ ਕੋਲ ਹੀ ਵਰਤਾਰਾ ਵਰਤਦਾ ਰਹੇ, ਉਹਨਾਂ ਨੂੰ ਇਹ ਵਸਤੂ ਸਵਾਦ ਨਹੀਂ ਲੱਗਦੀ। ਬਿਨਾਂ ਸਵਾਦ ਤੋਂ ਕੋਈ ਵਸਤੂ ਖਾਧੀ ਨਹੀਂ ਜਾਂਦੀ। ਇਸ ਤਰ੍ਹਾਂ ਨਾਮ ਦਾ ਵੀ ਸਵਾਦ ਹੈ। ਜਿਨ੍ਹਾਂ ਪੁਰਖਾਂ ਨੂੰ ਪਰਮੇਸ਼ਰ ਦਾ ਨਾਮ ਦਾ ਸਵਾਦ ਹੈ ਜਾਂ ਬਾਣੀ ਦਾ ਸਵਾਦ ਹੈ, ਉਹ ਇਸ ਵਸਤੂ ਨੂੰ ਛੱਡਦੇ ਨਹੀਂ। ਉਹਨਾਂ ਨੂੰ ਬਾਕੀ ਸਵਾਦ ਫਿੱਕੇ ਲੱਗ ਜਾਂਦੇ ਆ। ਇੱਕ ਪਰਮੇਸ਼ਰ ਦਾ ਨਾਮ ਮਿੱਠਾ ਹੈ। ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ, ਸਾਧ ਆਇਆ ਤਿਨ ਹਰ ਜਨਾ ਚੱਕ ਸਾਧ ਹੀ ਡਿੱਠਾ। ਬਾਕੀ ਸੰਸਾਰ ਦੇ ਪਦਾਰਥ ਖਾਣ ਵਾਸਤੇ ਮਿੱਠੇ ਲੱਗਦੇ ਹਨ, ਬਾਅਦ ਵਿੱਚ ਇਹਨਾਂ ਦਾ ਜਿਹੜਾ ਰਿਜ਼ਲਟ ਹੈ, ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ। ਠੀਕ ਹੈ, ਇਹ ਵੀ ਜ਼ਰੂਰੀ ਨੇ। ਭੋਜਨ ਵੀ ਮਨੁੱਖ ਨੂੰ ਜੀਵਨ ਦੇ ਯਾਤਰਾ ਕਰਦੇ ਹਾਂ, ਇਹ ਵੀ ਜ਼ਰੂਰੀ ਆ, ਬਿਨਾਂ ਕਰਮਾਂ ਤੋਂ ਪ੍ਰਾਪਤ ਨਹੀਂ ਹੁੰਦੇ। ਪਰ ਨਿਰੰਕਾਰ ਜੀ ਦੀ ਜੋ ਬਾਣੀ ਹੈ ਵੇਦਾਂ ਸ਼ਾਸਤਰਾਂ ਵਿੱਚ, ਧਾਰਮਿਕ ਪੁਰਖਾਂ ਨੇ ਜੋ ਜੀਵਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ, ਉਹਨਾਂ ਨੇ ਇਹ ਦੱਸਿਆ ਹੈ ਭਾਈ ਠੀਕ ਹੈ, ਇਹ ਵੀ ਜ਼ਰੂਰੀ ਨੇ। ਇਹਨਾਂ ਦੇ ਵਿੱਚ ਫਸ ਕੇ ਤੂੰ ਪਰਮੇਸ਼ਰ ਨੂੰ ਚੇਤੇ ਨਾ ਭੁਲਾ ਦੇਵੀਂ, ਫਿਰ ਤਾਂ ਬਾਕੀ ਪਦਾਰਥ ਤੇਰੇ ਖਾਧੇ ਹੋਏ ਵੀ ਸਫਲੇ ਹੋ ਜਾਂਦੇ ਹਨ ਅਤੇ ਸੰਸਾਰ ਵਿੱਚ ਆਉਣਾ ਵੀ ਸਫਲਾ ਹੋ ਜਾਂਦਾ ਹੈ। ਇਹਨਾਂ ਸਵਾਸਾਂ ਨੂੰ ਸਫਲਾ ਕਰਨ ਵਾਸਤੇ ਅਨੇਕਾਂ ਢੰਗ ਤਰੀਕੇ ਨੇ। ਬਹੁਤ ਸਾਰੇ ਗੁਰਮੁਖ ਸੇਵਾ ਕਰਦੇ ਨੇ, ਬਹੁਤ ਸਾਰੇ ਗੁਰਮੁਖ ਬਾਣੀ ਪੜ੍ਹਦੇ ਨੇ, ਬਹੁਤ ਸਾਰੇ ਪਰਮੇਸ਼ਰ ਦੇ ਨਾਮ ਨਾਲ ਸੁਰਤ ਨੂੰ ਜੋੜ ਕੇ ਭੋਰਿਆਂ ਵਿੱਚ, ਜੰਗਲਾਂ ਵਿੱਚ, ਪਹਾੜਾਂ ਵਿੱਚ ਇਕਾਂਤ ਬੈਠ ਕੇ ਉਸ ਦਾ ਆਨੰਦ ਲੈਂਦੇ ਹਨ। ਭਾਵੇਂ ਸੇਵਾ ਹੈ ਜਾਂ ਬਾਣੀ ਪੜ੍ਹਨੀ ਹੈ, ਇਹ ਸਾਰੇ ਕਾਰਜ ਆਪਣੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਕੀਤੇ ਜਾਂਦੇ ਹਨ। ਜਦ ਤੋਂ ਸ੍ਰਿਸ਼ਟੀ ਸਾਜੀ ਹੈ, ਉਹ ਤੋਂ ਲੈ ਕੇ ਸ੍ਰਿਸ਼ਟੀ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਮਹਾਤਮਾ ਲੋਕ, ਬੰਦਗੀਵਾਨ ਲੋਕ, ਜਿਨ੍ਹਾਂ ਨੇ ਆਪ ਉਸ ਆਨੰਦ ਨੂੰ ਮਾਣਿਆ ਹੈ, ਉਹ ਸਮੇਂ ਸਮੇਂ ਮੁਤਾਬਕ ਉਸ ਗਿਆਨ ਨੂੰ ਕਿਤਾਬਾਂ ਵਿੱਚ ਲਿਖ ਗਏ ਔਰ ਉਸ ਗਿਆਨ ਨੂੰ ਲੋਕਾਂ ਵਿੱਚ ਵਰਤਾਇਆ। ਉਹਨਾਂ ਦੇ ਵਰਤਾਉਣ ਦਾ ਕਾਰਨ ਸੀ ਜੋ ਆਨੰਦ ਅਸੀਂ ਲੈ ਰਹੇ ਹਾਂ, ਜੋ ਸੁੱਖ ਅਸੀਂ ਪਾ ਰਹੇ ਹਾਂ, ਵੈਸਾ ਸੁੱਖ ਸੰਸਾਰ ਦੇ ਹੋਰ ਲੋਕ ਵੀ ਲੈ ਲੈਣ। ਉਹ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਕਰਕੇ ਜਾਂਦੇ ਹਨ। ਜਿਹੜੇ ਉਹਨਾਂ ਦਾ ਉਪਦੇਸ਼ ਮੰਨ ਕੇ ਉਸ ਮਾਰਗ 'ਤੇ ਚੱਲ ਜਾਂਦੇ ਹਨ, ਉਹਨਾਂ ਨੂੰ ਵੀ ਉਹੀ ਵਸਤੂ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਵਸਤੂ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਇੱਕ ਅੰਨਾ ਬੰਦਾ ਹੈ, ਅੰਨਾ ਬੰਦਾ ਮਾਰਗ ਨੂੰ, ਆਪਣੀ ਮੰਜ਼ਿਲ ਨੂੰ ਤੈਅ ਨਹੀਂ ਕਰ ਸਕਦਾ। ਅੰਨਾ ਬੰਦਾ ਕਿਸੇ ਸਜਾਖੇ ਬੰਦੇ ਦਾ ਪੱਲਾ ਫੜ ਲਵੇ, ਜਿੱਥੇ ਸਜਾਖਾ ਬੰਦਾ ਪਹੁੰਚਦਾ ਉੱਥੇ ਅੰਨਾ ਵੀ ਪਹੁੰਚ ਜਾਂਦਾ। ਅੰਨੇ ਬੰਦੇ ਨੂੰ ਬਹੁਤੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ, ਕੇਵਲ ਉਸਨੇ ਲੜ ਫੜ ਕੇ ਹੀ ਰੱਖਣਾ ਹੈ, ਛੱਡਣਾ ਨਹੀਂ ਹੈ, ਉਸਦੇ ਮਗਰ ਮਗਰ ਤੁਰਨਾ ਹੈ। ਤਾਂ ਹੀ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਹੈ, ਕਬੀਰ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ। ਸੰਤਾਂ ਦੀ ਸੰਗਤ ਨਾ ਛੱਡੀਏ, ਕਬੀਰ ਸਾਹਿਬ ਕਹਿੰਦੇ, ਉਹਨਾਂ ਦੇ ਪਿੱਛੇ ਲੱਗ ਕੇ ਤੁਰ ਪਈਏ। ਵੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ। ਜੇ ਕੋਈ ਬਚਨ ਬਲਾਸ ਨਹੀਂ ਵੀ ਕੀਤਾ, ਦਰਸ਼ਨ ਕਰੋਗੇ ਤਾਂ ਵੀ ਪਵਿੱਤਰ ਹੋ ਜਾਓਗੇ। ਜੇ ਬਚਨ ਕਰੋਗੇ ਤਾਂ ਪਰਮੇਸ਼ਰ ਦੇ ਨਾਮ ਜਪਣ ਦੀ ਮਰਜ਼ਾਦਾ, ਨਾਮ ਜਪਣ ਦਾ ਢੰਗ ਤਰੀਕਾ ਮਹਾਤਮਾ ਦੇ ਨਾਲ ਬਚਨ ਕਰਨ ਕਰਕੇ ਪ੍ਰਾਪਤ ਹੋ ਜਾਵੇਗਾ। ਦੋਨਾਂ ਤਰ੍ਹਾਂ 'ਤੇ ਲਾਭ ਹੈ। ਜਿਹੜਾ ਨਹੀਂ ਵੀ ਬਚਨ ਕੀਤਾ, ਦਰਸ਼ਨ ਕਰਕੇ ਪਵਿੱਤਰ ਹੋ ਜਾਵੇਗਾ। ਕੋਟ ਅਗਾ ਗਏ ਨਾਸ ਹਰਿ ਕਿਤੇ ਆਇਆ, ਨਿਰਮਲ ਪੈ ਸਰੀਰ ਜਨ ਧੂੜੀ ਨਹਾਇਆ, ਤੇਰੇ ਕਟੰਬ ਸੰਗ ਲੋਕ ਕੁਲ ਸੁਆਇਆ। ਜਿਨ੍ਹਾਂ ਦੇ ਸਰੀਰ ਪਵਿੱਤਰ ਹੋ ਜਾਂਦੇ, ਉਹਨਾਂ ਦੀ ਪਵਿੱਤਰਤਾ ਹੀ ਜਿੱਦਾਂ ਇੱਕ
ਫੁੱਲਾਂ ਵਿੱਚੋਂ ਮਹਿਕ ਆਉਂਦੀ ਹੈ, ਉਹ ਗਮਲਾ ਜਿੱਥੇ ਵੀ ਰੱਖ ਦਈਏ ਉਹਦੀ ਮਹਿਕ ਉੱਥੇ ਖਿਲਰ ਜਾਂਦੀ ਹੈ। ਇਸ ਤਰ੍ਹਾਂ ਨਾਮ ਜਪਣ ਵਾਲਿਆਂ ਦੇ ਸਰੀਰਾਂ 'ਚੋਂ ਮਹਿਕ ਆਉਂਦੀ ਹੈ, ਉਹ ਜਿੱਥੇ ਜਾਂਦੇ ਉਹਨਾਂ ਦੇ ਸਰੀਰਾਂ ਦੀ ਮਹਿਕ ਖਿਲਰਦੀ ਹੈ। ਉਹਨਾਂ ਦੀ ਮਹਿਕ ਲੈਣ ਵਾਸਤੇ ਭੌਰਿਆਂ ਨੂੰ ਸੱਦਣ ਨਹੀਂ ਜਾਂਦਾ ਕੋਈ ਵੀ, ਭੌਰੇ ਆਪਣੇ ਆਪ ਹੀ ਆ ਜਾਂਦੇ ਆ। ਮਹਾਤਮਾ ਲੋਕ ਬਾਜਾਂ ਨਹੀਂ ਮਾਰਦੇ, ਉਹਨਾਂ ਦੀ ਕੇਵਲ ਮਹਿਕ ਹੀ ਸਰੀਰਾਂ ਦੀ, ਪਵਿੱਤਰ ਸਰੀਰਾਂ ਦੀ ਮਹਿਕ ਹੁੰਦੀ ਹੈ। ਇਸ ਕਰਕੇ ਉਹਨਾਂ ਮਹਾਂਪੁਰਸ਼ਾਂ ਨੇ ਗਿਆਨ ਬਖਸ਼ਿਆ ਸੰਸਾਰ ਦੇ ਲੋਕਾਂ ਨੂੰ। ਪਹਿਲਾਂ ਵੇਦ ਸ਼ਾਸਤਰ 27 ਸਿਮਰਤੀਆਂ, 6 ਸ਼ਾਸਤਰ, 18 ਪੁਰਾਣ ਇਹਨਾਂ ਜੀਵਾਂ ਨੂੰ ਗਿਆਨ ਦੇਣ ਵਾਸਤੇ ਹੀ ਲਿਖੇ ਗਏ। ਸਮੇਂ ਅਨੁਸਾਰ ਜੀਵਾਂ ਦੀਆਂ ਬੁੱਧੀਆਂ 'ਤੇ ਅਸਰ ਹੁੰਦਾ ਚਲਿਆ ਗਿਆ। ਜਿਸ ਤਰ੍ਹਾਂ ਹੁਣ ਵੀ ਦੇਖਦਿਆਂ ਦੇਖਦਿਆਂ ਆਉਣ ਵਾਲੀ ਪੀੜ੍ਹੀ ਦੀ ਬੁੱਧੀ 'ਤੇ ਅਸਰ ਹੈ। ਅੱਜ ਤੋਂ 40 ਸਾਲ ਪਿੱਛੇ ਚਲੇ ਜਾਈਏ, ਉਹਨਾਂ ਪੁਰਖਾਂ ਦੀਆਂ ਜੋ ਬੁੱਧੀਆਂ ਸਨ, ਉਹਨਾਂ ਬੁੱਧੀਆਂ ਦਾ ਤਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦਾ ਬਹੁਤ ਵੱਡਾ ਫਰਕ ਹੈ। ਇਸੇ ਤਰ੍ਹਾਂ ਸਮੇਂ ਮੁਤਾਬਕ ਵੇਦ ਸ਼ਾਸਤਰ, ਪੁਰਾਣ, ਸਿਮਰਤੀਆਂ ਜੀਵਾਂ ਨੂੰ ਸਮਝਾਉਣ ਵਾਸਤੇ ਉਚਾਰੇ ਗਏ। ਉਹਨਾਂ ਸਾਰਿਆਂ ਤੋਂ ਬਾਅਦ ਲੇਟੈਸਟ ਧਰਮ ਜਿਹੜਾ ਹੈ, ਸਭ ਤੋਂ ਬਾਅਦ ਵਿੱਚ ਧਰਮ ਜਿਹੜਾ ਹੈ, ਉਹ ਧਰਮ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੂੰ ਸਮਾਂ ਮਿਲਿਆ। ਕਲਯੁਗ ਦੇ ਅਵਤਾਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਡਿਆਈ ਬਖਸ਼ੀ ਗਈ। ਭੱਟਾਂ ਨੇ ਆਪਣੀ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਥਾਰਥ ਕੀਓ, ਉਗਰ ਸੈਨ ਕੋ ਰਾਜ ਆਪੈ ਭਗਤੈ ਜਨ ਦਿਓ, ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ। ਇਹ ਵਡਿਆਈ ਗੁਰੂ ਨਾਨਕ ਸਾਹਿਬ ਜੀ ਨੂੰ ਕਲਯੁਗ ਵਿੱਚ ਪ੍ਰਾਪਤ ਹੋਈ ਹੈ। ਸਾਰਿਆਂ ਧਰਮਾਂ ਦੇ ਰਹਿਬਰ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ। ਸਾਰਿਆਂ ਧਰਮਾਂ ਵਿੱਚ ਜਿਨ੍ਹਾਂ ਵਿੱਚ ਕੋਈ ਗਿਰਾਵਟ ਸੀ ਜਾਂ ਜਿਨ੍ਹਾਂ ਵਿੱਚ ਕੋਈ ਕਮੀ ਸੀ, ਉਸ ਕਮੀ ਨੂੰ ਦੂਰ ਕਰ ਦਿੱਤਾ। ਆਪਣੇ ਪੰਥ ਵਿੱਚ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ, ਜਿਨ੍ਹਾਂ ਨੂੰ ਮਿਸ਼ਨ ਚੰਗਾ ਲੱਗਿਆ, ਉਹ ਨਾ ਮਗਰ ਚੱਲ ਪਏ। ਜਿਨ੍ਹਾਂ ਨੂੰ ਮੁਸਲਮਾਨ ਮਤ ਚੰਗਾ ਲੱਗਿਆ, ਗੁਰੂ ਨਾਨਕ ਸਾਹਿਬ ਜੀ ਨੇ ਮੱਕੇ ਵਿੱਚ ਜਾ ਕੇ ਉਹਨਾਂ ਦੀਆਂ ਕਮੀਆਂ ਖਾਮੀਆਂ ਦੂਰ ਕੀਤੀਆਂ। ਤਾਂ ਹੀ ਬਾਅਦ ਵਿੱਚ ਲੜਾਈ ਹੋਈ ਹੈ ਹਿੰਦੂ ਮੁਸਲਮਾਨਾਂ ਦੀ। ਆਪਣਾ ਆਪਣਾ ਪੀਰ ਸਮਝਦੇ ਸਨ, ਆਪਣਾ ਗੁਰੂ ਸਮਝਦੇ ਸਨ। ਉਹਨਾਂ ਨੇ 70 ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਜੀਵਨ ਯਾਤਰਾ ਕਰਦਿਆਂ ਹੋਇਆਂ, ਜੀਵਾਂ ਦਾ ਭਲਾ ਕਰਦਿਆਂ ਹੋਇਆਂ, ਜੋ ਆਪਣੀ ਰਸਨਾ ਤੋਂ ਬਾਣੀ ਉਚਾਰੀ, ਉਹ ਜੀਵਾਂ ਦੇ ਭਲੇ ਵਾਸਤੇ ਉਚਾਰੀ ਆ। ਉਹ ਬਾਣੀ ਬਹੁਤ ਸਾਰੀ ਗੁਰਮੁਖਾਂ ਕੋਲ ਪਈ ਹੈ, ਪਰ ਉਸ ਬਾਣੀ ਦੇ ਵਿੱਚੋਂ ਜਿੰਨੀ ਕੁ ਬਾਣੀ ਜੀਵ ਦੇ ਭਲੇ ਮਾਤਰ ਸੀ, ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਬਾਹਰ ਵੀ ਬਾਣੀ ਬਹੁਤ ਹੈ, ਸਿੱਧ ਗੋਸ਼ਟ ਬਾਹਰ ਬਹੁਤ ਹੈ। ਸੰਗਲਾਦੀਪ ਵਿੱਚ ਬਾਣੀ ਪ੍ਰਾਣ ਸੰਗਲੀ ਲਿਖੀ ਸੀ, ਬਾਹਰ ਬਹੁਤ ਹੈ। ਪਰ ਜਿੰਨੀ ਕੁ ਜੀਵਾਂ ਦੇ ਭਲੇ ਵਾਸਤੇ ਮੁਨਾਸਬ ਸੀ, ਜਿੰਨੀ ਕੁ ਚਾਹੀਦੀ ਸੀ ਕਲਯੁਗ ਦੇ ਵਿੱਚ, ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡਾ ਪਰਉਪਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਕੇਵਲ ਗੁਰੂਆਂ ਦੀ ਬਾਣੀ ਨਹੀਂ, ਵਿੱਚ ਭਗਤਾਂ ਦੀ ਬਾਣੀ ਵੀ ਹੈ, ਗੁਰਸਿੱਖਾਂ ਦੀ ਬਾਣੀ ਵੀ ਹੈ। ਜਿਹੜੇ ਭਵਸਾਗਰ ਲੰਘ ਕੇ ਦੂਜੇ ਸਿਰੇ 'ਤੇ ਚਲੇ ਗਏ, ਉਹਨਾਂ ਨੇ ਵੀ ਆਪਣੇ ਜੀਵਨ ਵਿੱਚ ਜੋ ਕੌਤਕ ਉਹਨਾਂ ਨਾਲ ਵਰਤੇ, ਜੋ ਜੀਵਨ ਯਾਤਰਾ ਕਰਦਿਆਂ ਹੋਇਆਂ ਉਹਨਾਂ ਨੂੰ ਰੁਕਾਵਟਾਂ ਆਈਆਂ, ਉਹਨਾਂ ਭਗਤਾਂ ਨੇ ਵਿੱਚ ਲਿਖ ਦਿੱਤਾ। ਉਹਨਾਂ ਭਗਤਾਂ ਨੇ ਆਪਣੀ ਬਾਣੀ ਲਿਖ ਦਿੱਤੀ। ਜੋ ਉਹਨਾਂ ਨੇ ਜੀਵ ਦੇ ਭਲੇ ਵਾਸਤੇ ਦੇਖਿਆ ਸੰਸਾਰ ਵਿੱਚ, ਉਹ ਬਾਣੀ ਵਿੱਚ ਲਿਖ ਦਿੱਤਾ। ਬਹੁਤ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਰਾਗੀ ਸਿੰਘਾਂ ਦੀ ਬਾਣੀ ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਕੀਰਤਨ ਕਰਦੇ ਸਨ, ਉਹਨਾਂ ਨੇ ਵੀ ਬਾਣੀ ਉੱਪਰੋਂ ਉਤਰਦੀ ਸੀ। ਉਹਨਾਂ ਨੇ ਵੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੈ। ਸੋ ਉਸ ਬਾਣੀ ਦੀ ਮਹਿਮਾ ਅੱਜ ਦੁਨੀਆ ਦੇ ਅੰਦਰ ਦੂਜੇ ਧਰਮ ਵੀ, ਜੇ ਕਿਸੇ ਗੱਲ ਨੂੰ ਸਿੱਧ ਕਰਨ ਦਾ ਯਤਨ ਕਰਨਾ ਹੋਵੇ,
ਦੂਜੇ ਧਰਮ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਦਿੰਦੇ ਆ, ਕਿਉਂਕਿ ਸੱਚੀ ਬਾਣੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀਏ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤੇ ਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਇਹ ਹੈ ਸੱਚੀ ਬਾਣੀ। ਇਹਦੇ ਵਿੱਚ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ, ਕਿਸੇ ਨੂੰ ਕੋਈ ਲਿਹਾਜ਼ ਕਰਕੇ ਵਡਿਆਇਆ ਨਹੀਂ ਹੈ, ਕਿਸੇ ਨੂੰ ਮਾੜਾ ਕਰਕੇ ਨਿੰਦਿਆ ਨਹੀਂ ਹੈ। ਕੇਵਲ ਤੇ ਕੇਵਲ ਗਿਆਨ ਬਖਸ਼ਿਆ ਹੈ। ਜਿਨ੍ਹਾਂ ਜਿਨ੍ਹਾਂ ਨੇ ਗਿਆਨ ਲਿਆ ਹੈ ਉਹ ਸੰਸਾਰ ਦੇ ਭਵ ਸਾਗਰ ਨੂੰ ਤਰ ਗਏ। ਉਹਨਾਂ ਦੀ ਪੂਜਾ ਸੰਸਾਰ ਕਰਦਾ ਹੈ। ਦਇਆ ਦਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਵੇ। ਉਹਨਾਂ ਦੀ ਪੂਜਾ ਦਇਆ ਦਿਸ਼ਾ ਵਿੱਚ, ਦਸਾਂ ਦਿਸ਼ਾ ਵਿੱਚ ਹੁੰਦੀ ਹੈ। ਸੋ ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਨੀ ਹੈ। ਜਿੰਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਣਗੇ ਭਾਈ ਉਹਨਾਂ ਸਮਾਂ ਬੈਠੀਏ। ਗੁਰੂ ਦੀ ਵਿਚਾਰ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲ ਜਾਵੇ, ਸੱਚ ਦੀ ਵਿਚਾਰ ਕਰਨ ਵਾਲਾ ਮਿਲ ਜਾਵੇ। ਸੱਚ ਦੀ ਵਿਚਾਰ ਕਰਨ ਵਾਲੇ ਦੇ ਅੰਦਰ ਕੋਈ ਲੋਭ ਲਾਲਚ ਨਾ ਹੋਵੇ, ਅੰਦਰ ਕੋਈ ਭਾਵਨਾ ਨਾ ਹੋਵੇ। ਮੈਂ ਕਥਾ ਗੁਰੂ ਨੂੰ ਗੱਲ ਸੁਣਾਉਣੀ ਹੈ, ਮੇਰੇ ਉਹਦੇ ਅੰਦਰ ਭਾਵਨਾ ਨਾ ਟਿਕੀ ਹੋਵੇ। ਜੇ ਅੰਦਰ ਭਾਵਨਾ ਟਿਕੀ ਹੈ ਤਾਂ ਨਾ ਕਰਨ ਵਾਲੇ ਨੂੰ ਭਲਾ ਹੈ, ਨਾ ਸੁਣਨ ਵਾਲੇ ਨੂੰ ਭਲਾ ਹੈ। ਕੇਵਲ ਤੇ ਕੇਵਲ ਨਿਰੋਲ ਲੋਭ ਤੋਂ ਲਾਲਚ ਤੋਂ ਰਹਿਤ ਹੋ ਕੇ, ਭਾਵਨਾ ਤੋਂ ਰਹਿਤ ਹੋ ਕੇ ਕਥਾ ਵਾਲਾ ਕੀਰਤਨ ਵਾਲਾ ਦੋਨਾਂ ਦੇ ਅੰਦਰ ਇਹ ਗੱਲ ਨਾ ਹੋਵੇ। ਜਿਹੜਾ ਉਹਨਾਂ ਦਾ ਕੀਰਤਨ ਕਥਾ ਸੁਣੂਗਾ ਉਹਦਾ ਵੀ ਭਲਾ ਹੋ ਜਾਊਗਾ। ਜੇ ਕਥਾ ਕੀਰਤਨ ਕਰਨ ਵਾਲੇ ਦੇ ਅੰਦਰ ਲੋਭ ਲਾਲਚ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਲਿਖਿਆ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਨਿਰਵਾਣ ਹੁੰਦਾ ਬਿਨਾਂ ਇੱਛਾ ਤੋਂ, ਕੋਈ ਇੱਛਾ ਨਹੀਂ ਹੈ। ਕੇਵਲ ਰੱਬ ਦੇ ਪਿਆਰ ਵਿੱਚ ਗੱਲ ਕਰਨੀ, ਰੱਬ ਦੇ ਪਿਆਰ ਵਿੱਚ ਹੀ ਕੀਰਤਨ ਕਰਨਾ, ਰੱਬ ਦੇ ਪਿਆਰ ਵਿੱਚ ਹੀ ਸੇਵਾ ਕਰਨੀ, ਇਹਨੂੰ ਕਹਿੰਦੇ ਨਿਰਵਾਣ। ਬਹੁਤ ਘੱਟ ਅੱਜ ਪੁਰਖ ਮਿਲਦੇ ਆ ਨਿਰਵਾਣ ਕੀਰਤਨ ਵਾਲੇ, ਨਿਰਵਾਣ ਕਥਾ ਬਾਰੇ। ਤਾਂ ਹੀ ਦੁਨੀਆ ਦਾ ਭਲਾ ਨਹੀਂ ਹੋ ਰਿਹਾ। ਅਤੇ ਜਿਹੜੇ ਲੋਕ ਸੁਣਨ ਵਾਲੇ ਆ ਉਹਨਾਂ ਦਾ ਭਲਾ ਕਿਸ ਤਰ੍ਹਾਂ ਹੋਣਾ? ਮੋਰੇ ਸੁਣਾਉਣ ਵਾਲੇ ਵਿੱਚ ਪਾਵਰ ਨਹੀਂ ਆ। ਜਿੰਨੀ ਧਰਤੀ ਨਰਮ ਹੁੰਦੀ ਹੈ ਉਹ ਧਰਤੀ ਵਿੱਚ ਤੀਰ ਉਹਨਾਂ ਡੂੰਘਾ ਖੁੱਭ ਜਾਂਦਾ। ਜਿੰਨੀ ਧਰਤੀ ਸਖਤ ਹੁੰਦੀ ਆ ਉਹਦੇ ਵਿੱਚ ਤੀਰ ਖੁੱਭਦਾ ਨਹੀਂ ਆ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਨਰਮ ਹੁੰਦੇ, ਦਇਆ ਧਰਮ ਹੁੰਦੀ ਹੈ, ਉਹਨਾਂ ਪੁਰਸ਼ਾਂ ਦੇ ਹਿਰਦੇ ਤੀਰ ਤਾਂ ਖੁੱਭ ਜਾਂਦਾ, ਪਰ ਤੀਰ ਮਾਰਨ ਵਾਲੇ ਵਿੱਚ ਸਮਰੱਥਾ ਹੋਵੇ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇ ਜੇ ਸੇਕ। ਮਾਰਨ ਵਾਲੇ ਵਿੱਚ ਵੀ ਸਮਰੱਥਾ ਹੋਵੇ। ਜੇ ਮਾਰਨ ਵਾਲੇ ਵਿੱਚ ਸਮਰੱਥਾ ਹੈ, ਲੋਭ ਲਾਲਚ ਤੋਂ ਰਹਿਤ ਹੈ, ਉਹ ਮੋਰੇ ਤੀਰ ਡੂੰਘਾ ਖੋਪ ਦਿੰਦਾ। ਜਿਨ੍ਹਾਂ ਦੇ ਚਿੱਤ ਦਇਆ ਧਰਮ ਨਹੀਂ ਹੈ, ਬਹਿ ਜਾਣ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ, ਉਹਨਾਂ ਦਾ ਚਿੱਤ ਨਹੀਂ ਲੱਗਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਦੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਉਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਉਹ ਇਹ ਬਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਉਹ ਐਵੇਂ ਸਮਾਂ ਪਾਸ ਕਰਦੇ ਆ, ਫਿਰ ਜਾ ਕੇ ਝੂਠੇ ਲੋਕਾਂ ਕੋਲ ਫਿਰ ਬਹਿ ਜਾਂਦੇ ਆ। ਇਸ ਕਰਕੇ ਇਹ ਸਮਾਂ ਬਹੁਤ ਘੱਟ ਮਿਲਦਾ। ਬਹੁਤ ਘੱਟ ਪੁਰਖ ਤੁਹਾਨੂੰ ਮਿਲਣਗੇ ਜਿਨ੍ਹਾਂ ਦੀ ਕੋਈ ਭਾਵਨਾ ਨਾ ਹੋਵੇ, ਗੁਰੂ ਦੀ ਗੱਲ ਸੁਣਾਉਣ ਵਾਲੇ ਹੋਣ। ਬਹੁਤ ਘੱਟ ਪੁਰਖ ਮਿਲਣਗੇ ਰਾਗੀ ਸਿੰਘ ਵੀ, ਜਿਨ੍ਹਾਂ ਦੀ ਭਾਵਨਾ ਕੋਈ ਨਾ ਹੋਵੇ। ਉਹਨਾਂ ਦਾ ਕੀਰਤਨ ਫਿਰ ਅਸਰ ਕਰਦਾ ਹੈ। ਜੇ ਭਾਵਨਾ ਹੈ ਤਾਂ ਕੀਰਤਨ ਅਸਰ ਨਹੀਂ ਕਰਦਾ। ਇੱਕ ਮਾਧਵ ਦਾਸ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਕਸ਼ਮੀਰ ਦੇ ਵਿੱਚ ਹੋਇਆ। ਕਸ਼ਮੀਰ ਦੇ ਵਿੱਚ ਬੜੇ ਬੰਦਗੀਬਾਨ ਪੁਰਖ ਸਨ ਮਾਧਵ ਦਾਸ। ਉਹ ਕਥਾ ਕਰਿਆ ਕਰਦੇ ਸਨ ਪਰਮੇਸ਼ਰ ਦੀ, ਨਿਰੰਕਾਰ ਦੀ। ਬਹੁਤ ਸਾਰੇ ਹਿੰਦੂ ਲੋਕ ਉਹਨਾਂ ਦੇ ਘਰ ਆ ਕੇ ਕਥਾ ਸੁਣਿਆ ਕਰਦੇ ਸਨ, ਕਿਉਂਕਿ ਨਿਰਵਾਣ ਗੁਰੂ ਦੀ ਗੱਲ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ।
नहीं तो कथावाचक एक दूजे के चिकड़ सिੱਢਣ लग जाते हैं, सारा रस खराब हो जाता है। किसी की निंदिया ना होवे, केवल निरोल परमेश्वर की सिफत होवे। बहुत सारे हिंदू लोग उन्हों की कथा सुनन आया करते सन। उन्हों दे विच एक नौजवान मुंडा भी आया करता सी, वो भी कथा सुनिया करता सी। परिवार वालियां ने रोकना, पर उन्हें रोकना ना। उन्हों की कथा भी सुननी ते आके सेवा भी करनी, सेवा भी भावना नाल करनी। इस तरह समा बीतदा चले गया। एक दिन मुंडा शाम नूं घर नूं चलिया, किसी चोरां ने किसी का घर लुट लिया। वो चोर तो दौड़ गए, पर यह सेवादार माधो दास का सेवादार उन्होंने सिपाहियों ने फड़ लिया। फड़ के राजे दे पेश किया। राजे ने उहदे घरदियां नूं पुछया भी मुंडा तुहाडा की करदा। करदे तां अगे ही औखे सी, क्योंकि संतां दे सेवा करदा सी। कहण लगे सानूं नहीं पता संतां दे रहिंदा उत्थे चोरियां कर कर संतां नूं खिलाउंदा। होर गल पक्की हो गई। तो चलो पता लग्या, राजे ने कहा इनू सूली दे दिओ। संतां नूं माधव दास जी नूं पता लग्या। उन्होंने पुछया महाराज ये चेला तुहाडा ये चोर है? वो कहंदे नहीं चोरी नहीं करदा, ये तां मुंडा भला लोक है, सेवा करदा इत्थे संगत दी, इन्हें चोरी नहीं कीती। पर राजा ना मन्निया। उन्होंने सूली देण वास्ते मुंडे नूं लै गए। सूली अपने मुल्क में हुण तां है नहीं, पहलां सूली सी। सूली लाल टाली की लकड़ थल्लियों धरती में गड़ देनी, उपरों बरीक करके सूल मंग तिखी कर देनी। दो बंदियां ने चकना, जिन्हों सूली देनी उहदे गुदा विच दी बाड़ के सिर विच दी सूल कढ़ देनी। वो जे नंगी ना तो विचाले रह गई, उदां ही छड्ड देना लटकदा। जदों मौत हो जाती सवेर नूं ला दिंदे सी। इहनूं मुंडे नूं लिजा के खड़ा किया, लकड़ टाली दी गड्ढ के सूल मंग तिखी कीती हुई सी। जद मुंडे ने लिजा के खड़ा किया, उस टाली नूं पत्ते निकल आए। राजे नूं सद्दिया, महाराज जे सूली ते मुंडे नूं सूली देनी सी, उन्होंने पत्ते निकल आए आ, हरी हो गई आ। उस वेले माधव दास नूं सद्दिया, भाई ये की कौतक वरत्या है? माधव दास ने कहा मैनू तो पता नहीं है, ये तो मेरे गुरु अर्जन देव महाराज अमृतसर साहिब की धरती ते विराजमान ने, ये वो जान सकते हैं, उन्हों का कौतक होवेगा। उत्थों फिर माधव दास उस सेवादार नाल लैके और बहुत सारे सेवक नाल गए, अमृतसर साहिब की पवित्र धरती ते पुजे। जदों जाके गुरु अर्जन देव महाराज के चरणों ते मत्था टेकिया तो गुरु अर्जन देव महाराज ने बेनती की। साहब कहन लगे माधव दास ये कर्मां में सूली लिखी हुई सी, ये कर्मां में सूली लिखी हुई सी, ये तेरी संगत करके तर गया। जे तेरी संगत ना करदा तो सूली इहनूं मिलनी सी। उत्थे गुरु अर्जन देव महाराज ने उस वेले बचन लिखिया, मेरे माधव जी सत संगत मिले सो तरिया, इनू सत की विचार मिल गई, ये फिर तर गया, ਇਹਦਾ भला हो गया। ये बाणी सूली तो बचा दिंदी है। निर्वाण बाणी सुनाउण वाला पुरख कोई होवे, निर्वाण कीर्तन सुनाने वाला कोई होवे, निर्वाण रब की गल सुनाउण वाला कोई होवे, अंदर लोभ लालच ना होवे, तां जिहड़े पुरख बाणी पढ़न वाले भी है उन्हां दे अंदर भी कपट ना कोई होवे, किसी प्रति कोई माड़ा कर्म करन वास्ते उन्हां दी भावना ना होवे। हर हर करे नित कपट कमावे, हृदा शुद्ध ना होई। भावें दिन रात बाणी पढ़दा रहे, हिरदा शुद्ध नहीं हो सकता। कपट नूं विचों कढ़ना पवेगा, दूजियां दे प्रति माड़ी भावना अंदरों कढ़नी पवेगी। तां फिर सतगुरु जी ने गुरु अर्जन देव महाराज का पवित्र बचन है, जो थोड़े समय वास्ते विचार जिन्नी क महापुरुषों ने मत बुद्धि बख्शी है उस मत बुद्धि के अनुसार की जाएगी। क्योंकि दास तो कोई बड़ा विद्वान नहीं सी, ये तो उन्हां दी कृपा है, उन्हां दी करामात है। वो जिस तरह मर्जी बचन बुला देंदे आ, उन्हां दी कृपा है। वो जिस तरह की मत बुद्धि बख्शदे आ, उदां दी
ਸੰਗਤ ਨਾਲ ਵਿਚਾਰ ਕਰ ਲਈਦੀ ਆ। ਅੱਗੋਂ ਸੰਗਤ ਨੂੰ ਚੰਗੀ ਲੱਗਦੀ, ਪਤਾ ਨਹੀਂ ਲੱਗਦੀ, ਇਹ ਸੰਗਤ ਜਾਣਦੀ ਆ। ਪਰ ਮੈਂ ਤਾਂ ਇਹ ਸਮਝਦਾ ਕਿ ਮੈਨੂੰ ਤਾਂ ਕਿਸੇ ਗੱਲ ਦਾ ਗਿਆਨ ਨਹੀਂ ਸੀ। ਇੱਕ ਬਲਦਾਂ ਨਾਲ ਹਲ ਵਾਹੁਣੇ ਵਾਲੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਵਿੱਚ ਬੈਠਣ ਦਾ ਸਮਾਂ ਬਖਸ਼ਿਆ, ਉਹਨਾਂ ਦਾ ਧੰਨਵਾਦ। ਇਹ ਸਰੀਰ ਜਨਮਾਂ ਵਿੱਚ ਨਹੀਂ ਕਰ ਸਕਦਾ। ਜਿੱਡੇ ਵੱਡੇ ਅਹੁਦੇ 'ਤੇ ਮੈਨੂੰ ਉਹਨਾਂ ਨੇ ਬਹਾਲਿਆ, ਇਸ ਯੋਗ ਨਹੀਂ ਸੀ ਮੈਂ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਡੀ ਕਿਰਪਾ ਕੀਤੀ ਹੈ, ਉਹਦੀ ਵਿਚਾਰ ਥੋੜ੍ਹੇ ਸਮੇਂ ਵਾਸਤੇ ਕਰੀਏ। ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਦੇ ਅੰਦਰ ਰਾਗਣੀ ਹੈ ਸੋਰਠ। ਸੋਰਠ ਗੋਂਡ ਮਲਾਰੀ ਧੁਨੀ, ਪੁਨ ਗਾਵੈ ਆਸਾ ਗੁਨਗੁਨੀ। ਉੱਚੈ ਸੁਰ ਸੂਹ ਪੁਨ ਕੀਨੀ, ਮੇਘ ਰਾਗ ਸਿਓ ਪੰਚੋ ਚੀਨੀ। ਸੋਰਠ ਰਾਗਣੀ ਆ, ਇਹ ਰਾਗੀ ਸਿੰਘਾਂ ਵਾਸਤੇ ਹਦਾਇਤ ਹੈ। ਇਹਦੇ ਨਾਲ ਕਥਾ ਵਿੱਚ ਜਾਂ ਸੁਣਨ ਵਾਲਿਆਂ ਨੂੰ ਜਾਂ ਕਰਨ ਵਾਲਿਆਂ ਨੂੰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਹੈ। ਇਹ ਤਾਂ ਸਤਿਗੁਰੂ ਜੀ ਨੇ ਬਾਣੀ ਦੱਸੀ ਰਾਗੀਆਂ ਨੂੰ, ਜੇ ਤੁਸੀਂ ਕੀਰਤਨ ਕਰਨਾ ਤਾਂ ਇਸ ਰਾਗ ਵਿੱਚ ਇਹਨੂੰ ਗਾਇਓ। ਸਾਰੀ ਬਾਣੀ ਰਾਗਾਂ ਵਿੱਚ ਹੈ। ਇੱਕ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਬਿਨਾਂ ਬਾਕੀ ਸਾਰੀ ਰਾਗਾਂ ਵਿੱਚ ਹੈ। ਨਹੀਂ, ਰਾਗ ਵਿੱਚ ਤਾਂ ਇੱਕ ਜਪਜੀ ਸਾਹਿਬ ਦੀ ਬਾਣੀ, ਇਹ ਜਪਣ ਵਾਸਤੇ ਹੈ, ਬਾਕੀ ਗਾਉਣ ਵਾਸਤੇ ਹੈ। ਗੁਰਬਾਣੀ ਗਾਵੋ ਭਾਈ। ਅਤੇ ਜਿਹੜੀ ਬਾਣੀ ਹੈ ਇਹਨੂੰ ਜਪਣ ਵਾਸਤੇ ਸਤਿਗੁਰੂ ਜੀ ਨੇ ਹਦਾਇਤ ਗਾਉਣ ਵਾਸਤੇ ਇੱਕ ਚੀਜ਼ ਕੀਤੀ ਹੈ। ਉਹ ਰਾਗੀ ਸਿੰਘਾਂ ਨੂੰ ਕਿਹਾ ਕਿ ਇਹ ਰਾਗ ਇਹ ਜਿਹੜਾ ਸ਼ਬਦ ਹੈ ਇਸ ਰਾਗ ਵਿੱਚ ਗਾਉਣਾ ਹੈ। ਰਾਗੀ ਰਾਗ ਜਾਣਦਾ ਹੋਵੇ ਜਾਂ ਨਾ ਜਾਣਦਾ ਹੋਵੇ, ਰਾਗ ਦਾ ਟਾਈਮ ਹੈ, ਉਸ ਟਾਈਮ 'ਤੇ ਉਹ ਰਾਗ ਨੂੰ ਗਾ ਦੇਵੇ। ਜਿੱਦਾਂ ਲਾਵਾਂ ਸੋਹੀ ਰਾਗ ਹੈ, ਸੋਹੀ ਰਾਗ ਦਾ ਟਾਈਮ ਸਵੇਰ ਨੂੰ 10 ਤੋਂ ਪਹਿਲਾਂ ਦਾ ਹੈ। ਲਾਵਾਂ ਸੋਹੀ ਰਾਗ 'ਚ ਹੈ, ਅਤੇ ਜੇ ਰਾਗੀ ਨੂੰ ਨਹੀਂ ਵੀ ਰਾਗ ਆਉਂਦਾ ਤਾਂ ਟਾਈਮ ਸੋਹੀ ਦਾ ਸਵੇਰ ਦਾ 10 ਤੋਂ ਪਹਿਲਾਂ ਦਾ ਹੈ। ਪਰ ਉਹ ਜਿਹੜਾ ਰਾਗ ਹੈ ਸ਼ਾਮ ਨੂੰ 4 ਵਜੇ ਗਾਉਂਦੇ ਆ ਲੋਕ। ਆਮ ਸਿਆਣਿਆਂ ਦਾ ਕਥਨ ਸੀ, ਵੇਲੇ ਦਾ ਰਾਗ ਕਵੇਲੇ ਦੀਆਂ ਟੱਕਰਾਂ। ਇਸ ਕਰਕੇ ਮਾਰੂ ਰਾਗ 12 ਤੋਂ ਬਾਅਦ ਦਾ ਹੈ। ਉਹ ਮਰਗ ਦੇ ਭੋਗ 'ਤੇ ਮਾਰੂ ਰਾਗ, ਮਰਗ ਦਾ ਭੋਗ 12 ਤੋਂ ਬਾਅਦ ਪਾਉਂਦੇ ਹੈ। ਇਹ ਸਮਾਂ ਤਾਂ ਰੱਖਿਆ ਸੀ ਕਿ ਰਾਗਾਂ ਵਿੱਚ ਬਾਣੀ ਹੈ, ਜਿਹੜੇ ਰਾਗ ਵਿੱਚ ਬਾਣੀ ਉਸ ਟਾਈਮ 'ਤੇ ਪੜ੍ਹੀ ਜਾਵੇ। ਜੇ ਨਹੀਂ ਤਾਂ ਫਿਰ ਅੱਗੇ ਤੋਂ ਗੁਰੂ ਸਾਹਿਬਾਂ ਨੇ ਤਾਂ ਲਿਖ ਦਿੱਤਾ, ਅੱਗੇ ਮੰਨਣਾ ਨਾ ਮੰਨਣਾ ਗੁਰਸਿੱਖਾਂ ਦੀ ਆਪਣੀ ਮਰਜ਼ੀ ਹੈ। ਜੇ ਕੋਈ ਆਪਣੀ ਮਰਜ਼ੀ ਕਰੇਗਾ, ਸਾਹਿਬ ਕਹਿੰਦੇ ਮੇਰਾ ਸਿੱਖ ਨਹੀਂ ਹੈ, ਉਹ ਆਪਣੀ ਮਰਜ਼ੀ ਕਰਦਾ। ਜੇ ਕੋਈ ਸ਼ਾਮ ਨੂੰ ਲਾਮਾ ਪੜ੍ਹਦਾ, ਸਾਹਿਬ ਕਹਿੰਦੇ ਮੇਰਾ ਸਿੱਖ ਨਹੀਂ ਹੈ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਉਹ ਮੇਰਾ ਸਿੱਖ ਨਹੀਂ ਹੈ। ਉਹ ਜਿੱਧਰ ਮਰਜ਼ੀ ਜਾਂਦਾ ਫਿਰੇ, ਕਹਿੰਦਾ ਫਿਰੇ ਸਿੱਖ, ਮੈਂ ਗੁਰੂ ਦਾ ਸਿੱਖ ਹਾਂ। ਗੁਰੂ ਵੀ ਕਹਿ ਦੇਵੇ ਮੇਰਾ ਸਿੱਖ ਹੈ, ਗੁਰੂ ਵੀ ਮੋਹਰ ਲਾ ਦੇਵੇ। ਜੇ ਲੋਕਾਂ ਦੇ ਹੱਕ ਖਾਈ ਗਿਆ, ਗੁਰੂ ਕਹਿੰਦਾ ਮੇਰਾ ਸਿੱਖ ਨਹੀਂ ਹੈ। ਸਿੱਖ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਮੈਂ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਪੀਰ ਹਾਮਾ ਤਾਂ ਪਰੇ, ਜਾ ਮਰਦਾਰ ਨਾ ਖਾਏ। ਜੇ ਤੂੰ ਕਿਸੇ ਦਾ ਹੱਕ ਖਾਨਾ ਤੇ ਮੇਰਾ ਸਿੱਖ ਨਹੀਂ ਹੈ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਜੇ ਤੂੰ ਕਿਸੇ ਦਾ ਹੱਕ ਨਹੀਂ ਖਾਂਦਾ, ਫਿਰ ਮੈਂ ਤੇਰੀ ਹਾਮੀ ਭਰ ਦੂੰਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ। ਜੇ ਸਿੱਖ ਤਾਂ ਕਹੀ ਜਾਂਦਾ ਮੈਂ ਸਿੱਖ ਹਾਂ, ਪਰ ਬਹੁਤ ਆਤ ਉਹਨਾਂ ਲੋਕਾਂ ਦੀ ਦੇਖਣ ਵਾਲੀ ਹੈ। ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ, ਸਾਰੇ ਮੇਰੇ ਤੋਂ ਉੱਚਾ ਦਿਮਾਗ ਰੱਖਣ ਵਾਲੇ ਹੋ, ਤੁਹਾਨੂੰ ਸਾਰਾ ਪਤਾ ਹੀ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡੀ ਕਿਰਪਾ ਕੀਤੀ। ਸੋਰਠ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਬਹੁਤ ਇੱਕ ਬਚਨ ਸਤਿਗੁਰੂ ਜੀ ਨੇ ਰਸਨਾ ਤੋਂ ਉਚਾਰਿਆ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਕਾ ਡੇਰਾ ਪੰਨਾ। ਬੰਨਾ ਹੁੰਦਾ ਜੇ ਰਸਤੇ 'ਤੇ ਆਪਾਂ ਖੇਤਾਂ ਵਿੱਚ ਜਾਈਏ ਤਾਂ ਵੱਟ ਬੰਨੀ ਹੁੰਦੀ ਲੰਘਣ ਵਾਸਤੇ। ਜੇ ਬੰਨਾ ਨਾ ਹੋਵੇ ਤਾਂ ਲੰਘ ਨਹੀਂ ਸਕਦੇ। ਖੇਤਾਂ ਨੂੰ ਪਾਣੀ ਪੂਣੀ ਲੱਗ ਜਾਂਦਾ, ਉਹਦੇ ਉੱਤੇ ਤੇ ਲੰਘਦੇ ਹਾਂ ਆਪਾਂ, ਉਹਨੂੰ ਬੰਨਾ ਕਹਿੰਦੇ ਆ। ਅਤੇ ਬੰਨਾ ਕਈ ਵਾਰ ਲੜਕੇ ਨੂੰ ਵੀ ਕਹਿ ਦਿੰਦੇ ਆ, ਬੰਨਾ ਕਈ ਵਾਰ ਬੰਨ੍ਹ ਨੂੰ ਵੀ ਕਹਿ ਦਿੰਦੇ ਆ। ਜਿੱਦਾਂ ਪਾਣੀ ਰੋਕਿਆ ਹੋਇਆ ਦਰਿਆਵਾਂ ਦਾ, ਉਹਨੂੰ ਬੰਨ੍ਹ ਲਾ ਕੇ ਪਾਣੀ ਰੋਕਿਆ। ਜਦੋਂ ਕੋਈ ਰੁੜ ਜਾਂਦਾ ਬੰਦਾ, ਰੁੜੇ ਜਾਂਦੇ ਬੰਦੇ ਨੂੰ ਵੀ ਮੋਹਰੇ ਉਹਨਾਂ ਨੇ ਬੰਨ੍ਹ ਲਾਇਆ ਹੋਇਆ, ਉੱਥੇ ਕਈ ਬੰਦੇ ਲਾਸ਼ਾਂ ਫਸ ਜਾਂਦੀਆਂ।
ਇੱਦਾਂ ਜਦੋਂ ਮਨੁੱਖ ਸੰਸਾਰ ਦੇ ਭਵ ਸਾਗਰ ਵਿੱਚ ਰੁੜਦਾ ਹੈ, ਉਹਨੂੰ ਰੁੜੇ ਜਾਂਦੇ ਮਨੁੱਖ ਨੂੰ ਇੱਕ ਆਸਰਾ ਦਿੱਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ। ਕਲਯੁਗ ਵਿੱਚ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਹੈ। ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ, ਕਿਸੇ ਦੀ ਨਿੰਦਿਆ ਨਹੀਂ ਕੀਤੀ ਜਾ ਸਕਦੀ, ਸਾਰੇ ਸਤਿਕਾਰਯੋਗ ਨੇ। ਮੈਂ ਇਹ ਵੀ ਨਹੀਂ ਕਹਿ ਸਕਦਾ ਸਭ ਤੋਂ ਵੱਡੇ ਗੁਰੂ ਗ੍ਰੰਥ ਸਾਹਿਬ ਨੇ, ਸਾਰੇ ਭਾਈ ਉਹਨਾਂ ਨੂੰ ਜਪ ਕੇ ਵੀ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ ਹੈ, ਜਿਹੜੇ ਇਹਨਾਂ ਦਾ ਬਚਨ ਮੰਨ ਕੇ ਉਹ ਵੀ ਬ੍ਰਹਮ ਗਿਆਨ 'ਚ ਪਹੁੰਚ ਗਏ। ਪਹਿਲਾਂ ਜਿੰਨੇ ਭਗਤ ਪਹੁੰਚੇ ਆ ਉਹ ਵੀ ਤਾਂ ਕਿਸੇ ਦੀ ਸਿੱਖਿਆ ਲੈ ਕੇ ਹੀ ਬ੍ਰਹਮ ਤੱਕ ਪਹੁੰਚੇ ਆ। ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਵੀ ਤਾਂ ਕਿਸੇ ਧਾਰਮਿਕ ਸ਼ਾਸਤਰ ਗ੍ਰੰਥ ਦਾ ਗਿਆਨ ਲੈ ਕੇ ਹੀ ਪਹੁੰਚੇ ਆ। ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਬੰਨ੍ਹ ਲਾ ਦਿੱਤਾ ਦੁਰੜੇ ਜਾਂਦੇ ਜੀਵ ਵਾਸਤੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਜਦੋਂ ਕੋਈ ਮਨੁੱਖ ਬੰਨੇ ਦੇ ਨਾਲ ਰੱਖ ਕੇ ਰੁਕ ਜਾਵੇ, ਰੁੜਿਆ ਜਾਂਦਾ ਬੰਦੇ ਨੂੰ ਆਸਰਾ ਮਿਲ ਜਾਵੇ, ਉਹਦੀ ਜਾਨ ਬਚ ਜਾਂਦੀ ਆ। ਦੁੱਖ ਰੋਗ ਕਾ ਡੇਰਾ ਭੰਨਾ, ਜਿਹੜੇ ਮਨੁੱਖ ਇਹਦੇ ਨਾਲ ਜੁੜ ਜਾਣਗੇ। ਦੁੱਖ ਰੋਗ, ਵੈਸੇ ਤਾਂ ਦੁੱਖਾਂ ਦੀ ਗਿਣਤੀ ਨਹੀਂ ਕੋਈ। ਗੁਰੂ ਗ੍ਰੰਥ ਸਾਹਿਬ ਵਿੱਚ 2 ਵੱਡੇ ਦੁੱਖ ਲਿਖੇ ਆ, 2 ਵੱਡੇ ਰੋਗ ਲਿਖੇ ਆ, 2 ਵੱਡੇ ਦੁੱਖ ਲਿਖੇ ਆ। ਜੇ ਕਿਸੇ ਦਾ ਮਨ ਦੁਖੀ ਹੋਵੇ ਨਾ, ਸਾਰਾ ਹੀ ਭਾਵੇਂ ਪਦਾਰਥਾਂ ਦੀਆਂ ਢੇਰੀਆਂ ਲੱਗੀਆਂ ਹੋਣ, ਮਨ ਦੁਖੀ ਹੈ ਤੇ ਕੁਛ ਨਹੀਂ ਚੰਗਾ ਲੱਗਦਾ। 2 ਦੁੱਖ ਨੇ ਸਭ ਤੋਂ ਵੱਡੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 2 ਹੀ ਵੱਡੇ ਲਿਖੇ ਆ, ਗੁਰੂ ਗ੍ਰੰਥ ਸਾਹਿਬ ਜੀ ਵੱਡੇ ਲਿਖੇ ਆ। ਇੱਕ ਜਨਮ ਦਾ ਤੇ ਮਰਨ ਦਾ। ਜਨਮ ਮਰਨ ਕਾ ਤਰਾਸ ਨਿਬਰੀ ਹੈ, ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁੱਖ ਭਾਰੀ। ਗੁਰ ਪ੍ਰਸਾਦੀ ਕੋਈ ਵਿਰਲਾ ਛੂਟੇ, ਤਿਸ ਜਨ ਕੋ ਹਉ ਬਲਿਹਾਰੀ। ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਜਿਨ ਕੀਤਾ ਤਿਸੇ ਨਾ ਜਾਣੀ, ਅੰਧਾ ਤਾਂ ਦੁੱਖ ਸਹੇ ਪ੍ਰਾਣੀਆਂ। ਪਤਾ ਨਹੀਂ ਕਿੰਨੇ ਜਨਮ ਲੱਗ ਜਾਂਦੇ। ਸਭ ਤੋਂ ਵੱਡਾ ਦੁੱਖ ਜਨਮ ਦਾ ਤੇ ਮਰਨ ਦਾ। ਜਿਹੜੇ ਇਹਨਾਂ ਨਾਲ ਜੁੜ ਗਏ ਗੁਰੂ ਗ੍ਰੰਥ ਸਾਹਿਬ ਨਾਲ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ। ਇੱਕ ਵਾਰੀ ਮਹਾਂਪੁਰਸ਼ਾਂ ਨੂੰ ਕਿਸੇ ਨੇ ਪੁੱਛਿਆ, ਜੀ ਅਵਤਾਰਾਂ ਦੀ ਵੀ ਮਾਤਾ ਤਾਂ ਹੈਗੀ ਆ, ਜਿੰਨੇ ਸਾਧੂ ਮਹਾਤਮਾ ਹੋਏ ਇਹਨਾਂ ਦੀ ਮਾਤਾ ਤਾਂ ਹੈਗੀ ਆ, ਤੁਸੀਂ ਕਹਿੰਦੇ ਜਨਮ ਮਰਨ ਵਿੱਚ ਸਾਧੂ ਆਉਂਦੇ ਨਹੀਂ, ਅਖੀਰ ਸਰੀਰ ਵੀ ਉਹਨਾਂ ਦੇ ਛੁੱਟਦੇ ਆ। ਅਤੇ ਅਕਸਰ ਦੋਨਾਂ 'ਤੇ ਗੱਲ ਤਾਂ ਲਾਗੂ ਹੁੰਦੀ ਹੈ, ਅਤੇ ਬਾਣੀ ਵੀ ਝੂਠੀ ਨਹੀਂ ਹੈ। ਬਾਣੀ ਕਹਿੰਦੀ ਜਨਮ ਮਰਨ ਦੋਹੋਂ ਮੈਂ ਨਾਹੀ। ਇਹ ਸੰਸਾ ਹੈ, ਸੰਸਾ ਹੱਲ ਕਰੋ। ਮਹਾਂਪੁਰਸ਼ ਕਹਿਣ ਲੱਗੇ, ਗੁਰਮੁਖਾ ਜਦੋਂ ਕਿਸੇ ਵੱਡੇ ਅਫਸਰ ਦੀ ਬਦਲੀ ਹੋ ਜਾਵੇ, ਉਹ ਅਫਸਰ ਦਾ ਜਿੱਥੇ ਉਹਨੂੰ ਜਾ ਕੇ ਚਾਰਜ ਸੰਭਾਲਣਾ ਹੁੰਦਾ, ਉਹਦਾ ਕੋਠੀ ਮਕਾਨ ਰਹਿਣ ਵਾਸਤੇ ਪਾਣੀ ਦਾ ਪ੍ਰਬੰਧ, ਸਾਰਾ ਬਿਜਲੀ ਦਾ ਪ੍ਰਬੰਧ ਕੀਤਾ ਜਾਂਦਾ। ਉਹਨੂੰ ਅਫਸਰ ਨੂੰ ਆਰਡਰ ਕੀਤਾ ਜਾਂਦਾ ਫਲਾਨੀ ਜਗ੍ਹਾ ਜਾ ਕੇ ਚਾਰਜ ਸੰਭਾਲ ਲਓ। ਕਹਿੰਦੇ ਗੁਰਮੁਖਾ ਜਿੱਥੇ ਮਹਾਂਪੁਰਸ਼ ਨੇ ਜਨਮ ਲੈਣਾ ਹੁੰਦਾ, ਉੱਥੇ ਉਹਦੇ ਮਾਤਾ ਦੇ ਪੇਟ 'ਚ ਕਲਬੂਤ ਬਣਦਾ ਰਹਿੰਦਾ, ਮਹਾਂਪੁਰਸ਼ ਪ੍ਰਵੇਸ਼ ਨਹੀਂ ਕਰਦੇ। ਜਦੋਂ ਸਮਾਂ ਪੂਰਾ ਹੋਣ ਦੇ ਮਾਤਾ ਦੇ ਪੇਟ ਵਿੱਚੋਂ ਕਲਬੂਤ ਬਾਹਰ ਆਉਂਦਾ, ਮਹਾਂਪੁਰਸ਼ ਪ੍ਰਵੇਸ਼ ਕਰ ਜਾਂਦੇ ਆ। ਇਹ ਮਾਤਾ ਦੇ ਪੇਟ 'ਚ ਨਹੀਂ ਲਟਕਦੇ। ਜੇ ਕਹਿੰਦੇ ਪੁੱਠੇ ਲਟਕਣਾ, ਫਿਰ ਪਰਮੇਸ਼ਰ ਦਾ ਨਾਮ ਜਪਣ ਦੀ ਕੀ ਜ਼ਰੂਰਤ ਹੈ? ਬੰਦਗੀਵਾਨ ਪੁਰਖ ਮਾਤਾ ਦੇ ਪੇਟ 'ਚ ਨਹੀਂ ਆਉਂਦੇ, ਕਲਬੂਤ ਮਾਤਾ ਦੇ ਪੇਟ 'ਚ ਪਲਦਾ, ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀ ਆਤਮਾ। ਤੁਸੀਂ ਸੁਣਿਆ ਹੋਊਗਾ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ। ਦੌਲਤਾਂ ਦਾਈ ਨੇ ਜਦੋਂ ਦੇਖਿਆ ਕਮਰਾ ਪ੍ਰਕਾਸ਼ ਨਾਲ ਭਰ ਗਿਆ, ਜਦੋਂ ਆ ਕੇ ਉਹ ਜੋਤ ਸਰੀਰ ਵਿੱਚ ਪ੍ਰਵੇਸ਼ ਕੀਤੀ, ਦੌਲਤਾਂ ਦਾਈ ਵੀ ਨਿਹਾਲ ਹੋ ਗਈ। ਹਜ਼ਾਰਾਂ ਬੱਚੇ ਕਹਿੰਦੀ ਮੇਰੇ ਹੱਥਾਂ ਜੰਮੇ ਆ, ਇੱਦਾਂ ਦਾ ਬਾਲਕ ਮੈਂ ਪਹਿਲੀ ਵਾਰ ਦੇਖਿਆ। ਪ੍ਰਕਾਸ਼ ਨਾਲ ਸਾਰਾ ਕਮਰਾ ਭਰ ਗਿਆ। ਕਮਰਾ ਕੀ, ਸਾਰੀ ਦੁਨੀਆ 'ਚ ਪ੍ਰਕਾਸ਼ ਕਰ ਦਿੱਤਾ। ਜਿਨ੍ਹਾਂ ਨੇ ਉਹਨਾਂ ਦੇ ਨਾਲ ਮਾੜਾ ਮੋਟਾ ਵੀ ਨਾਤਾ ਜੋੜਿਆ, ਉਹ ਵੀ ਪ੍ਰਕਾਸ਼ ਬੰਨ ਹੋ ਗਏ। ਦੁੱਖ ਰੋਗ ਕਾ ਡੇਰਾ ਪੰਨਾ। 2 ਰੋਗ ਨੇ। ਰੋਗ ਤਾਂ ਵੈਸੇ ਬੜੇ ਨੇ ਸਰੀਰ ਕਰਕੇ। ਗੁਰੂ ਗ੍ਰੰਥ ਸਾਹਿਬ ਵਿੱਚ 2 ਮਨ ਦੇ ਰੋਗ ਹੈ ਵੱਡੇ। ਇਹ ਕਿਸੇ ਨੂੰ ਲੱਗੇ ਹੋਣ, ਇਹ ਗਾਹਾਂ ਬੇੜੀ ਲੰਘਣ ਨਹੀਂ ਦਿੰਦੇ। ਕਿਉਂਕਿ ਰੋਗੀ ਆਦਮੀ ਜਦੋਂ ਕਿਸੇ ਨੇ ਬਾਹਰਲੇ ਮੁਲਕ ਵਿੱਚ ਜਾਣਾ ਹੋਵੇ, ਉਹਦੀ ਡਾਕਟਰੀ ਕਰਦੇ ਆ। ਡਾਕਟਰੀ ਕਰਕੇ ਜੇ ਉਹ ਡਾਕਟਰੀ ਵਿੱਚ ਪਾਸ ਹੋ ਜਾਵੇ, ਫਿਰ ਬਾਹਰ ਦਾ ਵੀਜ਼ਾ ਦਿੰਦੇ ਆ। ਉਹ ਕਹਿੰਦੇ ਬਿਮਾਰ ਬੰਦਾ ਜੇ ਸਾਡੇ ਆ ਗਿਆ ਤਾਂ ਬਿਮਾਰੀ ਨਾ ਫੈਲ ਜਾਵੇ।
ਇਸੇ ਤਰ੍ਹਾਂ ਸੱਚਖੰਡ ਵਿੱਚ ਜਾਣ ਵਾਸਤੇ ਵੀ ਬਿਮਾਰੀ ਤੋਂ ਰਹਿਤ ਬੰਦਾ ਪ੍ਰਵੇਸ਼ ਕਰਨ ਦਿੰਦੇ ਆ। ਜਿਹਨੂੰ ਰੋਗ ਲੱਗਿਆ ਹੋਵੇ ਉਹਨੂੰ ਅੱਗੇ ਜਾਣ ਨਹੀਂ ਦਿੰਦੇ। ਇੱਥੇ ਵੀ ਡਾਕਟਰੀ ਕੀਤੀ ਜਾਂਦੀ ਹੈ। ਦੋ ਰੋਗ ਸਭ ਤੋਂ ਵੱਡੇ ਆ। ਇੱਕ ਤਾਂ ਰੋਗ ਪੁਰਾਣਾ ਹੀ ਆ, ਪਿੱਛੇ ਤੋਂ ਚਿੰਬੜਿਆ ਆਉਂਦਾ ਇਹਨੂੰ ਕਈ ਜਨਮਾਂ ਦਾ, ਉਹ ਰੋਗ ਹੈ। ਇੱਕ ਤਾਂ ਹਉਮੈ ਦਾ ਰੋਗ ਹੈ। ਹਉਮੈ ਦੀਰਘ ਰੋਗ ਹੈ। दारू ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇੱਕ ਤਾਂ ਰੋਗ ਇਹ ਹੈ ਬੜਾ ਵੱਡਾ। ਜਿੰਨਾ ਚਿਰ ਇਹ ਬੰਦਾ ਕਿਸੇ ਦੇ ਨੁਕਸ ਫੜਦਾ ਹੈ, ਹਉਮੈ ਦਾ ਰੋਗੀ ਹੈ। ਹਰੇਕ ਦਾ ਨੁਕਸ ਫੜਨਾ, ਗੁਰੂ ਘਰ ਜਾਣਾ, ਸੇਵਾਦਾਰਾਂ ਦੇ ਨੁਕਸ ਫੜਨੇ, ਜਿੱਥੇ ਜਾਣਾ ਆਪਣਾ ਅਕਲ ਨੂੰ ਵੱਡਾ ਗਿਣਨਾ, ਦੂਜੇ ਦੀ ਅਕਲ ਨੂੰ ਛੋਟਾ ਗਿਣਨਾ, ਹਉਮੈ ਦਾ ਰੋਗ ਹੈ। ਜਿਨ੍ਹਾਂ ਨੇ ਆਪਣੀ ਮੱਤ ਨੂੰ ਛੋਟਾ ਗਿਣਿਆ, ਸੰਸਾਰ ਵਿੱਚ ਲੋਕਾਂ ਦੀ ਮੱਤ ਵੱਡੀ ਜਾਣੀ। ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਆਂ ਸਭ ਤੇ ਉੱਚਾ। ਜਿਨ੍ਹਾਂ ਨੇ ਆਪਣੀ ਮੱਤ ਛੋਟੀ ਜਾਣੀ ਹੈ, ਅਸੀਂ ਤਾਂ ਮਹਾਰਾਜ ਸਾਨੂੰ ਕਿਸੇ ਗੱਲ ਦਾ ਗਿਆਨ ਨਹੀਂ ਹੈ। ਸੰਸਾਰ ਵਿੱਚ ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਮਨ ਕਰਕੇ ਨੀਵੇਂ ਨੇ। ਇਹ ਹਉਮੈ ਦੇ ਰੋਗੀ ਜਿਹੜੇ ਆ, ਉਹ ਮਨ ਕਰਕੇ ਉੱਚੇ, ਉਹਦਾ ਤਨ ਕਰਕੇ ਬਹੁਤ ਦੋਹਰੇ ਹੁੰਦੇ ਆ। ਗੁਰਦੁਆਰਿਆਂ ਜਾ ਕੇ ਦੇਖੋ, ਲੰਮੇ ਪੈ ਪੈ ਕੇ ਨੱਕ ਘਸਾਉਂਦੇ ਆ, ਸਰੀਰ ਨੂੰ ਦੋਹੜਾ ਕਰ ਲੈਂਦੇ ਆ, ਪਰ ਅੰਦਰੋਂ ਮਨ ਨੂੰ ਨਿਭਾਉਣਾ ਪੈਂਦਾ। ਜੇ ਮਨ ਕਰਕੇ ਨਹੀਂ ਨਿਭਿਆ ਤਾਂ ਭਾਵੇਂ ਛੱਤੀ ਇੱਥੇ ਹੀ ਮੱਥਾ ਟੇਕ ਲਵੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਸਨ। ਇੱਕ ਸਿੱਖ ਨਵਾਂ ਆਇਆ, ਸਿੱਖ ਨੇ ਆ ਕੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ। ਮਹਾਰਾਜ ਚਰਨਾਂ 'ਚ ਮੇਲ ਲਓ ਜੀ, ਆਪ ਦੇ ਚਰਨਾਂ ਦਾ ਆਸਰਾ ਬਖਸ਼ੋ ਜੀ। ਸਾਹਿਬਾਂ ਨੇ ਕਿਹਾ ਅੱਛਾ ਭਾਈ ਠੀਕ ਆ, ਸੇਵਾ ਕਰੋ। ਸਾਹਿਬਾਂ ਨੇ ਦ੍ਰਿਸ਼ਟੀ ਕੀਤੀ, ਗੁਰਸਿੱਖ ਦਾ ਅੰਦਰ ਆਤਮਾ ਦੇਖਿਆ। ਜਿੱਥੇ ਆਤਮਾ ਸ਼ੁੱਧ ਹੁੰਦੀ ਹੈ ਉੱਥੇ ਪਰਮੇਸ਼ਰ ਬਹਿ ਜਾਂਦਾ। ਤੁਸੀਂ ਵੀ ਜਿੱਥੇ ਸ਼ੁੱਧ ਦੇਖਦੇ ਹੋ, ਸਾਫ਼ ਦੇਖਦੇ ਹੋ, ਉੱਥੇ ਹੀ ਬਹਿੰਦੇ ਹੋ। ਜਿੱਥੇ ਗੰਦਗੀ ਵਿੱਚ ਤਾਂ ਕੋਈ ਨਹੀਂ ਬਹਿੰਦਾ। ਉਹ ਸਿੱਖ ਸੇਵਾ ਕਰਦਾ ਰਿਹਾ। ਰੋਜ਼ ਦਰਬਾਰ ਵਿੱਚ ਆਉਣਾ, ਐਸੇ ਹੀ ਬਹਿ ਜਾਣਾ, ਮੱਥਾ ਨਹੀਂ ਟੇਕਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਇੱਕ ਦਿਨ ਕੁਛ ਗੁਰਸਿੱਖਾਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇੱਕ ਸਿੱਖ ਨਵਾਂ ਆਇਆ, ਤੁਹਾਨੂੰ ਮੱਥਾ ਨਹੀਂ ਟੇਕਦਾ। ਸਾਹਿਬ ਕਹਿਣ ਲੱਗੇ ਕੌਣ ਹੈ? ਕਹਿੰਦੇ ਮਹਾਰਾਜ ਇੱਕ ਨਵਾਂ ਹੀ ਆਇਆ। ਤੁਹਾਡੇ ਕੋਲ ਰਹਿਣ ਵਾਲੇ ਮੱਥਾ ਨਹੀਂ ਟੇਕਦੇ ਤਾਂ ਵੀ ਦੂਜਿਆਂ 'ਤੇ ਕੀ ਅਸਰ ਪਵੇਗਾ? ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਸੱਦੋ ਭਾਈ। ਸੱਦਿਆ ਗਿਆ, ਉਹ ਆ ਕੇ ਫਿਰ ਖੜਾ ਹੋ ਗਿਆ। ਹਾਂਜੀ ਮਹਾਰਾਜ ਕੀ ਹੁਕਮ ਹੈ ਜੀ? ਕਹਿੰਦੇ ਮਹਾਰਾਜ ਕਹਿੰਦੇ ਭਾਈ ਆ ਤੇਰੀ ਸ਼ਿਕਾਇਤ ਕਰਦੇ ਆ। ਕਹਿੰਦਾ ਮਹਾਰਾਜ ਕੀ ਕਹਿੰਦੇ ਆ ਜੀ? ਇੱਕ ਸਿੱਖ ਬੋਲਿਆ ਮਹਾਰਾਜ ਤੁਹਾਨੂੰ ਮੱਥਾ ਨਹੀਂ ਜੀ ਟੇਕਦਾ, ਆ ਕੇ ਨਮਸਕਾਰ ਨਹੀਂ ਕਰਦਾ। ਉਹ ਕਹਿਣ ਲੱਗੇ ਮਹਾਰਾਜ ਕਹਿੰਦੇ ਹਾਂ ਬਈ। ਕਹਿੰਦਾ ਮਹਾਰਾਜ ਝੂਠ ਬੋਲਦੇ ਆ ਜੀ ਇਹ। ਇੱਕ ਵਿੱਚੋਂ ਬੋਲਿਆ ਤਾਂ ਹੁਣ ਵੀ ਤਾਂ ਤੂੰ ਆ ਕੇ ਖੜਾ ਹੀ ਹੋ ਗਿਆ, ਹੁਣ ਤੂੰ ਕਿਹੜਾ ਮੱਥਾ ਟੇਕਿਆ? ਸਾਹਿਬ ਹੱਸ ਕੇ ਕਹਿਣ ਲੱਗੇ ਦੱਸ ਦੇ ਇਹਨਾਂ ਨੂੰ ਹੁਣ। ਗਿਆ ਮਹਾਰਾਜ ਜਿੱਦਣ ਦਾ ਮੈਂ ਆ ਕੇ ਤੁਹਾਡੇ ਚਰਨਾਂ 'ਤੇ ਮੱਥਾ ਰੱਖਿਆ, ਮੈਂ ਤਾਂ ਮੁੜ ਕੇ ਚੱਕਿਆ ਹੀ ਨਹੀਂ, ਮੇਰਾ ਮੱਥਾ ਹੀ ਉੱਥੇ ਪਿਆ। ਜਿਹੜੇ ਚੱਕ ਕੇ ਲੈ ਜਾਂਦੇ ਆ ਬਾਰ-ਬਾਰ ਮੱਥਾ ਟੇਕਦੇ ਆ, ਅਤੇ ਮੈਂ ਮਹਾਰਾਜ ਤੁਹਾਡੇ ਚਰਨਾਂ 'ਤੇ ਰੱਖਿਆ ਹੋਇਆ, ਮੈਂ ਮੁੜ ਕੇ ਚੱਕਿਆ ਨਹੀਂ, ਉੱਥੇ ਹੀ ਪਿਆ। ਜਿਹੜੇ ਭਾਵਨਾ ਨਾਲ ਜਿਨ੍ਹਾਂ ਦੇ ਅੰਦਰ ਹਉਮੈ ਦੀ ਅੰਸ਼ ਨਹੀਂ ਹੁੰਦੀ, ਗੁਰੂ ਦੇ ਚਰਨਾਂ 'ਚ ਨਿਮਰਤਾ ਨਾਲ ਸੇਵਾ ਕਰਦੇ, ਉਹ ਪ੍ਰਵਾਨ ਹੋ ਜਾਂਦੇ ਆ। ਇੱਕ ਰੋਗ ਹੈ ਹਉਮੈ ਦਾ, ਦੂਜਾ ਰੋਗ ਹੈ ਤ੍ਰਿਸ਼ਨਾ ਦਾ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਸਾਰਿਆ। ਆਹ ਤ੍ਰਿਸ਼ਨਾ ਦਾ ਰੌਲਾ ਪਿਆ ਹੋਇਆ ਸੰਸਾਰ ਵਿੱਚ, ਪੈਸੇ ਇਕੱਠੇ ਕਰਨ ਦਾ ਹੀ ਰੌਲਾ ਪਿਆ ਹੋਇਆ। ਪਰਮੇਸ਼ਰ ਵਸਾਰ ਦਿੱਤਾ, ਪਰਮੇਸ਼ਰ ਨੂੰ ਚੇਤੇ ਯਾਦ ਉਹਦੀ ਕਰਨੀ ਛੱਡ ਦਿੱਤੀ ਕਿ ਉਹ ਜਾਣਾ ਹੀ ਨਹੀਂ ਸੰਸਾਰ ਵਿੱਚੋਂ। ਇਹ ਤ੍ਰਿਸ਼ਨਾ ਦਾ ਰੋਗ ਜਿਹਨੂੰ ਲੱਗ ਗਿਆ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋੜੇ ਲਾਖ ਕਰੋੜੇ ਮਨ ਨਾ ਹੋਰੇ, ਹੋਰੇ ਕੋ ਹੀ ਲੁਝੀ ਹੈ। ਇਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੋਇਆ ਮਨੁੱਖ ਕਦੀ ਸੁਖੀ ਨਹੀਂ ਬਚ ਸਕਦਾ। ਆਪਣੀ ਕਿਰਤ ਕਰਕੇ ਦਾ ਮਨੁੱਖ ਜਿੰਨਾ ਮਰਜ਼ੀ ਧਨ ਇਕੱਠਾ ਕਰ ਲਵੇ, ਤ੍ਰਿਸ਼ਨਾ ਹੁੰਦੀ ਆ ਇੱਧਰੋਂ ਇਕੱਠਾ ਕਰ, ਹੇਰਾ ਫੇਰੀਆਂ ਨਾਲ ਇਕੱਠੇ ਕਰ, ਇਹਨੂੰ ਕਹਿੰਦੇ ਤ੍ਰਿਸ਼ਨਾ। ਤ੍ਰਿਸ਼ਨਾ ਦਾ ਰੋਗ ਗੁਰੂ ਦੀ ਕਿਰਪਾ ਤੋਂ ਬਿਨਾਂ ਮਿਟਦਾ ਨਹੀਂ ਹੈ। ਦੋ ਹੀ ਰੋਗ ਹੈ। ਤਾਂ ਇਹ ਦੋ ਹੀ ਰੋਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹ ਕੇ ਜਾਂ ਉਹਦੇ 'ਤੇ ਚੱਲ ਕੇ ਦੋ ਹੀ ਖਤਮ ਹੋ ਸਕਦੇ ਆ। ਦੁੱਖ ਰੋਗ ਕਾ ਡੇਰਾ ਪੰਨਾ।
ਆਨੰਦ ਕਰੇ ਨਰ ਨਾਰੀ, ਚਾਹੇ ਭਈ ਇਸਤਰੀ ਹੈ ਕੋਈ ਪੁਰਖ ਹੈ, ਸਰੀਰ ਦਾ ਕੋਈ ਫਰਕ ਨਹੀਂ, ਆਤਮਾ ਇੱਕੋ ਹੀ ਹੈ। ਜੇ ਕਿਸੇ ਇਸਤਰੀ ਇਹ 'ਤੇ ਚੱਲੀ ਆ ਤਾਂ ਉਹ ਵੀ ਪੂਜਨੀਕ ਹੋ ਗਈ, ਜੋ ਪੁਰਸ਼ ਚੱਲਿਆ ਤਾਂ ਉਹ 'ਤੇ ਵੀ ਉਹ ਵੀ ਪੂਜਨੀਕ ਹੋ ਗਿਆ। ਸੰਤ ਮਹਾਰਾਜ ਜੀ ਹਰਖੋ ਵਾਲੀਆਂ ਦੇ ਇੱਕ ਬਹੁਤ ਪ੍ਰੇਮੀ ਮਾਲਵੇ ਦੇ ਅੰਦਰ ਮਾਤਾ ਨਿਹਾਲ ਕੌਰ ਹੋਈ ਆ, ਉਹਦਾ ਵੱਡਾ ਸਥਾਨ ਹੈ ਜੈਤੇ, ਉੱਥੇ ਜੈਤੋਂ ਦੇ ਕੋਲ ਉਹਨਾਂ ਦਾ ਸਥਾਨ ਹੈ। ਉਹ ਜਦੋਂ ਮਾਤਾ ਵਹਿੰਦੀ ਹੁੰਦੀ ਸੀ ਸਮਾਧੀ ਲਾ ਕੇ, ਤਾਂ ਸਰੀਰ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਹੁੰਦੀ ਸੀ ਔਰ ਸੰਗਤ ਬੈਠ ਕੇ ਸੁਣਦੀ ਹੁੰਦੀ ਸੀ। ਚਾਹੇ ਬੀਬੀ ਹੈ ਚਾਹੇ ਪੁਰਖ ਹੈ, ਆਤਮਾ ਇੱਕੋ ਹੀ ਹੈ, ਸਰੀਰ ਦਾ ਭਾਂਡਾ ਬਦਲਿਆ ਹੋਇਆ। ਆਨੰਦ ਕਰੇ ਨਰ ਨਾਰੀ, ਜਿਹੜਾ ਬੀਬੀ ਚਾਹੇ ਪੁਰਖ ਹੈ, ਜਿਹੜਾ ਇਹਦੇ ਨਾਲ ਜੁੜ ਗਿਆ ਆਨੰਦ ਵਿੱਚ ਪ੍ਰਾਪਤ ਹੋ ਜਾਵੇਗਾ। ਆਨੰਦ ਹੁੰਦਾ ਕਿਸੇ ਵਸਤੂ ਦੀ ਇੱਛਾ ਰਹੇ ਹੀ ਨਾ, ਕੋਈ ਕਿਸੇ ਚੀਜ਼ ਦੀ ਇੱਛਾ ਨਾ ਰਹੇ, ਕੋਈ ਭਾਵਨਾ ਨਾ ਰਹੇ। ਜਿਨ੍ਹਾਂ ਨੂੰ ਆਨੰਦ ਆ ਗਿਆ, ਸੁਦਾਮੇ ਵਰਗੇ ਸੰਤੋਖੀ ਪੁਰਖ ਦੇਖੋ, ਸਾਰਾ ਜੀਵਨ ਸੰਤੋਖ ਵਿੱਚ ਲੰਘਾ ਦਿੱਤਾ, ਉਹਨਾਂ ਨੂੰ ਦੁਨੀਆ ਚੇਤੇ ਕਰਦੀ ਹੈ। ਲੋਭੀ ਪੁਰਖ ਵੀ ਉਸ ਵੇਲੇ ਬੜੇ ਹੋਣੇ, ਰਾਜੇ ਵੀ ਬੜੇ ਹੋਣੇ ਆ, ਜਿਨ੍ਹਾਂ ਨੂੰ ਕੋਈ ਚੇਤੇ ਨਹੀਂ ਕਰਦਾ। ਰਾਜੇ ਉਹਨਾਂ ਨੂੰ ਚੇਤੇ ਕਰਦੇ ਆ ਜਿਹੜੇ ਰੱਬ ਦੇ ਨਾਮ ਨਾਲ ਜੁੜੇ। ਸੰਤੋਖੀ ਪੁਰਖਾਂ ਦਾ ਨਾਮ ਦੁਨੀਆ ਦੇ ਅੰਦਰ ਰਹਿ ਗਿਆ। ਜਿਹੜੇ ਇਸਤਰੀ ਪੁਰਖ ਜਿਹੜੇ ਇਹਦੇ ਨਾਲ ਜੁੜਦੇ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਪਰਮੇਸ਼ਰ ਨੇ ਕਿਰਪਾ ਵੱਡੀ ਕੀਤੀ ਆ ਤੁਹਾਡੇ 'ਤੇ, ਕਹਿੰਦੇ ਇਹ ਜੀਵਾਂ 'ਤੇ ਉਹਨੇ ਤਾਂ ਕਿਰਪਾ ਕਰ ਦਿੱਤੀ, ਮੋਰੇ ਕਿਰਪਾ ਸੰਭਾਲਣ ਵਾਲਾ ਕੋਈ ਹੋਵੇ। ਜਦੋਂ ਮੀਂਹ ਪੈਂਦਾ ਸਾਰੇ ਜਗ੍ਹਾ 'ਤੇ ਪਾਣੀ ਨਹੀਂ ਖੜ੍ਹਦਾ, ਕੁਛ ਉੱਚੇ ਟਿੱਬੇ ਪਾਣੀ ਤੋਂ ਸੁੱਕੇ ਰਹਿ ਜਾਂਦੇ ਆ। ਪਾਣੀ ਤਾਂ ਮੀਂਹ ਤਾਂ ਪੈ ਜਾਂਦਾ ਪਰ ਖੜ੍ਹਦਾ ਨਹੀਂ ਆ। ਫਰੀਦ ਸਾਹਿਬ ਕਹਿੰਦੇ ਜੇ ਕੋਈ ਮਹਾਂਪੁਰਸ਼ ਜਾਂ ਗੁਰਬਾਣੀ ਦੇ ਨੇੜੇ ਵੀ ਕੋਈ ਖੜ੍ਹਦਾ, ਉਹਦੇ ਵਿੱਚ ਔਗਣ ਹੋਣ, ਉਹਨਾਂ ਔਗਣਾ ਕਰਕੇ ਸੁੱਕਾ ਹੀ ਰਹਿ ਜਾਂਦਾ। ਉਹ ਜਿਨ੍ਹਾਂ ਬੰਦਿਆਂ ਨੂੰ ਆਪਣੇ ਵਡਿਆਈ ਦਾ ਹੰਕਾਰ ਹੈ, ਕੋਈ ਅਹੁਦਾ ਹੈ, ਕੋਈ ਅਫਸਰ ਹੈ, ਉਹ ਆ ਕੇ ਇੱਥੇ ਵੀ ਕਹੇ ਮੈਨੂੰ ਸਤਿਕਾਰ ਮਿਲੇ, ਜਾਂ ਕਿ ਮੇਰੇ ਕੋਲ ਧਨ ਜ਼ਿਆਦਾ ਹੈ ਮੈਨੂੰ ਆ ਕੇ ਗੁਰੂ ਘਰ ਵਿੱਚ ਸਤਿਕਾਰ ਮਿਲੇ, ਜਾਂ ਭਾਈ ਹੋਰ ਕਿਸੇ ਵੱਡੇ ਅਹੁਦੇ 'ਤੇ ਬਿਰਾਜਮਾਨ ਹੈ, ਜਾਂ ਉਹਦੇ ਚੱਲਦੀ ਹੈ ਦੁਨੀਆ ਵਿੱਚ, ਕਹੇ ਵੀ ਮੈਨੂੰ ਸਤਿਕਾਰ ਮਿਲੇ, ਇਹ ਬੰਦੇ ਖਾਲੀ ਰਹਿ ਜਾਂਦੇ ਆ। ਬਾਬਾ ਫਰੀਦ ਸਾਹਿਬ ਜੀ ਨੇ ਪਵਿੱਤਰ ਬਾਣੀ ਆਪਣੇ ਸੁੰਦਰ ਰਸਨਾ ਤੋਂ ਲਿਖਿਆ ਹੈ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋ ਬਣਿਆ ਗਾ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਆਵ। ਜਾਂ ਟਿੱਬੇ ਮੀਂਹ 'ਚ ਖਾਲੀ ਰਹਿ ਜਾਂਦੇ ਆ, ਉੱਥੇ ਪਾਣੀ ਨਹੀਂ ਖੜ੍ਹਦਾ। ਪਾਣੀ ਦਾ ਸੁਭਾਅ ਹੈ, ਪਾਣੀ ਨੀਵੇਂ ਥਾਂ ਜਾ ਕੇ ਖੜ੍ਹ ਜਾਂਦਾ। ਪਾਣੀ ਨੂੰ ਕੋਈ ਕਹਿੰਦਾ ਨਹੀਂ ਨੀਵੇਂ ਥਾਂ ਆ ਕੇ ਖੜ੍ਹ ਜਾ, ਉਹਦਾ ਸੁਭਾਅ ਹੈ। ਪਰਮੇਸ਼ਰ ਦਾ ਸੁਭਾਅ ਹੈ ਜਿਹੜਾ ਸਾਰਿਆਂ ਤੋਂ ਨੀਵਾਂ ਹੋ ਗਿਆ ਉੱਥੇ ਪਾਣੀ ਖੜ੍ਹ ਜਾਣਾ, ਉੱਥੇ ਰੱਬ ਨੇ ਖੜ੍ਹ ਜਾਣਾ। ਜਿਹੜਾ ਸਾਰਿਆਂ ਤੋਂ ਨੀਵਾਂ ਆਪਸ ਕੋ ਜੋ ਜਾਣੇ ਨੀਚਾ, ਸੋਊ ਗਨੀਏ ਸਭ ਤੇ ਉੱਚਾ। ਆਪਣੇ ਗਿਆਨ ਨੂੰ ਸਾਰਿਆਂ ਤੋਂ ਨੀਵਾਂ ਜਾਣੇ, ਦੂਜਿਆਂ ਦਾ ਵੱਡਾ ਜਾਣੇ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੇ, ਤਾਂ ਸਤਿਗੁਰੂ ਜੀ ਕਹਿੰਦੇ ਹਰ ਹਰ ਪ੍ਰਭ ਕਿਰਪਾ ਧਾਰੀ। ਪਰਮੇਸ਼ਰ ਨਿਰੰਕਾਰ ਨੇ ਕਿਰਪਾ ਕੀਤੀ ਹੈ, ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ, ਸਾਨੂੰ ਇਹ ਬਾਣੀ ਬਖਸ਼ੀ ਹੈ। ਦੂਜੇ ਧਰਮ ਵੀ ਇਹਨੂੰ ਪੜ੍ਹ ਕੇ ਲਾਹਾ ਲੈਂਦੇ ਆ। ਇਹ ਨਹੀਂ ਕਿ ਸਿੱਖ ਧਰਮ ਵਾਲੇ ਲਾਹਾ ਲੈਂਦੇ ਆ, ਦੂਜੇ ਧਰਮ ਵੀ ਲਾਹਾ ਲੈਂਦੇ ਆ। ਬਹੁਤ ਸਾਰੇ ਹਿੰਦੂ ਲੋਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ। ਕੋਈ ਵੀ ਲੈ ਲਵੇ, ਕੋਈ ਵੀ ਲਾਹਾ ਲੈ ਸਕਦਾ। ਕਈ ਨਵੀਆਂ ਫਸਲਾਂ ਆ ਗਈਆਂ, ਜਿਹੜਾ ਮਰਜ਼ੀ ਬੀਜ ਲਵੇ। ਇਸ ਤਰ੍ਹਾਂ ਭਾਈ ਇਹ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਦੀ ਸਿਫਤ ਸਲਾਹ ਹੈ, ਕੋਈ ਵੀ ਕਰ ਲਵੇ। ਇਹ ਤਾਂ ਹੈ ਨਹੀਂ ਸਿੱਖਾਂ ਵਾਸਤੇ ਹੀ ਹੈ, ਪਰ ਸਿੱਖ ਕਹਿੰਦੇ ਅਸੀਂ ਪੜ੍ਹਨੀ, ਹੋਰ ਕੋਈ ਪੜ੍ਹੇ ਹੀ ਨਾ। ਕਹਿੰਦੇ ਹੋਰ ਕੋਈ ਕਿਸੇ ਦਾ ਅਧਿਕਾਰ ਹੀ ਨਹੀਂ ਹੈ। ਜਦ ਕਿ ਗੁਰਮੁਖੋ ਇਹਦੇ ਵਿੱਚ ਗੁਰਸਿੱਖਾਂ ਦੀ ਬਾਣੀ ਦਰਜ ਤਾਂ ਹੈ, ਪਰ ਅੰਮ੍ਰਿਤਧਾਰੀ ਸਿੱਖ ਦੀ ਕਿਸੇ ਦੀ ਵੀ ਬਾਣੀ ਇਹਦੇ ਵਿੱਚ ਨਹੀਂ ਹੈ। ਅੰਮ੍ਰਿਤਧਾਰੀ ਕਹਿੰਦੇ ਸਾਤੋਂ ਬਿਨਾਂ ਕੋਈ ਪੜ੍ਹੇ ਹੀ ਨਾ। ਇਹ ਤਾਂ ਪਿਆਰ ਵਾਲਿਆਂ ਦੀ ਬਾਣੀ ਹੈ, ਕੋਈ ਵੀ ਪੜ੍ਹ ਸਕਦਾ, ਕੋਈ ਵੀ ਇਹਦੇ ਨਾਲ ਜੁੜ ਸਕਦਾ, ਜਿਹੜਾ ਮਰਜ਼ੀ ਪਿਆਰ ਕਰੇ। ਪਰਮੇਸ਼ਰ ਨਹੀਂ ਕਿਸੇ ਨੂੰ ਕਹਿੰਦਾ ਕੁਛ ਵੀ। ਸਾਰਿਆਂ ਧਰਮਾਂ ਦੇ ਲੋਕ ਪਰਮੇਸ਼ਰ ਦੇ ਚਰਨਾਂ ਵਿੱਚ, ਸਾਰਿਆਂ ਧਰਮਾਂ ਦੇ ਲੋਕ ਜਾ ਕੇ ਸੱਚਖੰਡ ਵਿੱਚ ਬੈਠੇ ਆ। ਸਨਾਤਨ ਮਤ ਵਿੱਚ ਵੀ ਗਏ ਆ, ਇਸਲਾਮ ਮਤ ਵਿੱਚ ਵੀ ਗਏ ਆ, ਸਿੱਖ ਮਤ ਵਿੱਚ ਵੀ ਗਏ ਆ। ਇਹ ਤਾਂ ਨਹੀਂ ਸਿੱਖ ਉੱਧਰ ਗਏ ਆ, ਮੁਸਲਮਾਨ ਉੱਧਰ ਗਏ ਆ, ਕੋਈ ਵੱਖਰੀ ਜਗ੍ਹਾ ਤਾਂ ਨਹੀਂ ਸੀ। ਇਸ ਕਰਕੇ ਜਿਹੜਾ ਮਰਜ਼ੀ ਇਸ ਬਾਣੀ ਨੂੰ ਪੜ੍ਹ ਸਕਦਾ, ਕੋਈ ਵੀ ਸਤਿਕਾਰ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦਾ, ਉਹਨੂੰ ਦਾ ਫਲ ਮਿਲੇਗਾ। ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ।
ਸੰਤ ਉਹਨਾਂ ਨੂੰ ਕਿਹਾ ਜਿਹੜੇ ਬੰਦੇ ਪਰਮੇਸ਼ਰ ਦੇ ਹੁਕਮ ਅਨੁਸਾਰ ਚੱਲ ਪੈਣ, ਜਿਹੜੇ ਪਰਮੇਸ਼ਰ ਦੇ ਹੁਕਮ ਅਨੁਸਾਰ ਸਿਮਰਨ ਕਰਦੇ ਆ, ਤੇ ਜਿਹੜੇ ਔਗਣ ਗੁਰਬਾਣੀ ਵਿੱਚ ਛੱਡੇ ਦੇ ਵਾਸਤੇ ਦੱਸੇ ਉਹ ਔਗਣ ਛੱਡੇ ਆ, ਜਿਨ੍ਹਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਲਿਖਿਆ ਉਹ ਗੁਣ ਗ੍ਰਹਿਣ ਕਰ ਲੈ, ਉਹਨਾਂ ਨੂੰ ਕਹਿਤਾ ਸੰਤ। ਜਿਨ੍ਹਾਂ ਸਾਸ ਗਰਾਸ ਨਾ ਬਿਸਰੇ ਹਰਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸਾਸ ਗਰਾਸ ਤਾਂ ਉਹਦੇ ਅੰਦਰ ਹੀ ਬੜੂਗਾ ਜਿਹਦਾ ਸੰਸਾਰ ਨਾਲੋਂ ਮੋਹ ਟੁੱਟ ਜੂਗਾ। ਸਾਸ ਗਰਾਸ ਉਹਦਾ ਹੀ ਚੱਲੂਗਾ ਜਿਹਦੇ ਅੰਦਰੋਂ ਲੋਭ ਦੀ ਅੰਸ ਨਿਕਲ ਜੂਗੀ। ਸਾਸ ਗਰਾਸ ਉਹਦੇ ਅੰਦਰ ਚੱਲੂਗਾ ਜਿਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਸਾਰੀਆਂ ਚੀਜ਼ਾਂ ਨਿਕਲ ਜਾਣਗੀਆਂ, ਉਹਦਾ ਹੀ ਚੱਲੇਗਾ ਨਾ, ਦੂਜੇ ਦਾ ਤਾਂ ਨਹੀਂ ਚੱਲਦਾ। ਉਹਨੂੰ ਕਿਹਾ ਸੰਤ, ਉਹਦੇ ਵਿੱਚੋਂ ਔਗਣ ਨਿਕਲ ਗਏ। ਉਹਨੇ ਗੁਣਾਂ ਨੂੰ ਗ੍ਰਹਿਣ ਕਰ ਲਿਆ। ਦਇਆ ਧਰਮ ਸੀਲ ਸੁਚ ਸੰਜਮ, ਇਹ ਸਾਰੀਆਂ ਸ਼ਾਂਤੀ ਦਇਆ ਅਤੇ ਹੋਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਣ ਲਿਖੇ ਨੇ ਉਹਨਾਂ ਗੁਣਾਂ ਨੂੰ ਗ੍ਰਹਿਣ ਕਰ ਲਿਆ। ਉਹਨੂੰ ਕਹਿੰਦੇ ਸੰਤ। ਇਹ ਵੀ ਸੰਤਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਬਾਣੀ ਨਾਲ ਜੁੜੇ ਹੋਏ ਪੁਰਖਾਂ ਨੂੰ ਗਿਆਨ ਕੀਤਾ। ਇਹ ਬਾਕੀਆਂ ਵਾਸਤੇ ਭੰਡਾਰਾ ਤਾਂ ਰੱਖ ਦਿੱਤਾ, ਪਰ ਜਿਹੜੇ ਜੁੜ ਗਏ ਉਹਨਾਂ ਨੂੰ ਪਿਆਰ ਨਾਲ ਬਚਨ ਕੀਤਾ। ਇਹ ਬਾਕੀ ਵੀ ਠੀਕ ਹੈ, ਬਾਕੀਆਂ ਨਾਲ ਬੈਰ ਨਹੀਂ, ਇੱਕ ਜ਼ਿਆਦਾ ਪਿਆਰਾ ਹੁੰਦਾ, ਉਹਨੂੰ ਬੜਾ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜਗ੍ਹਾ 'ਤੇ ਲਿਖਿਆ, ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਇਹ ਕਾਕਾ ਪੁੱਤ, ਇਹ ਇੱਦਾਂ ਮਿਲਿਆ ਨਹੀਂ ਜਾਣਾ, ਇਹ ਗੱਲ ਇੱਦਾਂ ਕਰਿਆ ਕਰ। ਬਹੁਤ ਪਿਆਰ ਨਾਲ ਵਿੱਚ ਜਗ੍ਹਾ 'ਤੇ ਸਮਝਾਇਆ। ਇੱਥੇ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਬਚਨ ਕੀਤਾ ਹੈ। ਕਹਿੰਦੇ ਸੰਤੋ, ਇਹ ਗੁਰਮੁਖੋ ਪਿਆਰਿਓ, ਰੱਬ ਨਾਲ ਜੁੜੀਆਂ ਹੋਈਆਂ ਆਤਮਾ, ਸੁੱਖ ਹੋਆ ਸਭ ਥਾਈਂ। ਤੁਹਾਨੂੰ ਕਿਸੇ ਜਗ੍ਹਾ 'ਤੇ ਦੁੱਖ ਨਹੀਂ ਹੈ, ਜਿੱਥੇ ਚਲੇ ਜਾਓਗੇ ਸੁੱਖ ਹੀ ਵਰਤਾਓਗੇ। ਜਿਹੜਾ ਤੁਹਾਡਾ ਕਿਹਾ ਮੰਨੂਗਾ ਉਹਨੂੰ ਵੀ ਸੁੱਖ ਮਿਲ ਜੂਗਾ, ਜਿਹੜਾ ਤੁਹਾਡੇ ਮਗਰ ਤੁਰੂਗਾ ਉਹ ਵੀ ਸੁੱਖ ਦੀ ਪ੍ਰਾਪਤੀ ਕਰੂਗਾ। ਇਹ ਨਹੀਂ ਵੀ ਜਿੱਥੇ ਤੁਸੀਂ ਜਾਓਗੇ ਦੁੱਖ ਵਾਲੀ ਜਗ੍ਹਾ 'ਤੇ ਉੱਥੇ ਦੁੱਖ ਖੜਾ ਹੋਵੇਗਾ, ਨਹੀਂ। ਸਾਧੂ ਜਿੱਥੇ ਜਾਵੇਗਾ, ਉਜਾੜ ਹੋਵੇ, ਪਹਾੜ ਹੋਵੇ, ਉੱਥੇ ਜੰਗਲਾਂ 'ਚ ਮੰਗਣ ਲੱਗ ਜਾਂਦੇ ਆ। ਉੱਥੇ ਜਿੱਥੇ ਪਾਣੀ ਨਹੀਂ ਲੱਭਦਾ ਉੱਥੇ ਪਾਣੀ ਪਹੁੰਚ ਜਾਂਦੇ ਆ। ਆ ਦੇਵੀਆਂ ਦੇਵਤੇ ਪਹਾੜਾਂ ਚਲੇ ਗਏ, ਲੋਕ ਉੱਥੇ ਨੂੰ ਪਾਣੀ ਲੈ ਗਏ, ਉੱਥੇ ਨੂੰ ਅੰਨ ਪਾਣੀ ਲੈ ਗਏ, ਰਜਕ ਲੈ ਗਏ, ਉੱਥੇ ਜਾ ਕੇ ਵਰਤਾ ਦਿੱਤਾ। ਜਿਹੜੇ ਰੱਬ ਦੇ ਨਾਲ ਜੁੜੀਆਂ ਹੋਈਆਂ ਆਤਮਾ ਸਨ, ਉਹਨਾਂ ਨੂੰ ਕਿਹਾ ਤੁਹਾਨੂੰ ਸੁੱਖ ਹੋਆ ਸਭ ਥਾਈਂ, ਜਿੱਥੇ ਮਰਜ਼ੀ ਚਲੇ ਜਾਓ ਸੁੱਖ ਤੁਹਾਡੇ ਨਾਲ ਹੀ ਜਾਵੇਗਾ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭ ਨਹੀਂ ਜਾਈ। ਉਹ ਪਰਮੇਸ਼ਰ ਹਰ ਜਗ੍ਹਾ 'ਤੇ ਹੈ। ਇਹ ਨਹੀਂ ਕਦੀ ਹੋ ਸਕਦਾ। ਕਈਆਂ ਜਗ੍ਹਾ 'ਤੇ 24 ਘੰਟੇ ਹੀ 12 ਮਹੀਨੇ ਬਰਫ਼ ਜੰਮੀ ਰਹਿੰਦੀ ਹੈ, ਉੱਥੇ ਜੀਵ ਜੰਤੂ ਛੱਡ ਜਾਂਦੇ ਆ ਜਗ੍ਹਾ। ਅਮਰਨਾਥ ਦਾ ਮੰਦਰ ਹੈ, ਉੱਥੇ ਬੰਦੇ ਦਾ ਰਹਿਣਾ ਮੁਸ਼ਕਿਲ ਹੈ। ਹੇਮਕੁੰਟ ਦੀ ਧਰਤੀ ਹੈ, ਬੰਦੇ ਦਾ ਰਹਿਣਾ ਮੁਸ਼ਕਿਲ ਹੈ। ਉੱਥੋਂ ਬੰਦੇ ਜਾਨਵਰ ਮਨੁੱਖ ਵੀ ਆ ਜਾਂਦੇ, ਜਾਨਵਰ ਵੀ ਪ੍ਰਵਾਸ ਕਰ ਜਾਂਦੇ ਆ। ਇਹ ਨਹੀਂ ਵੀ ਧਰਤੀ ਸੁੰਨੀ ਹੋ ਗਈ ਤਾਂ ਪਰਮੇਸ਼ਰ ਉੱਥੇ ਹੈ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੇਮਕੁੰਟ ਸਾਹਿਬ ਦੀ ਧਰਤੀ 'ਤੇ ਤਪ ਕੀਤਾ, ਉਸ ਵੇਲੇ ਉੱਥੇ ਹੀ ਰਹੇ ਉਹ। ਅਤੇ ਪਾਂਡੂ ਰਾਜੇ ਨੇ ਵੀ ਉੱਥੇ ਤਪ ਕੀਤਾ। ਪੰਡ ਰਾਜ ਜੇ ਜੋਗ ਕਮਾਵਾ, ਉਹਨੇ ਵੀ ਉੱਥੇ ਜੋਗ ਕਮਾਇਆ। ਇਹ ਨਹੀਂ ਹੈ ਕਿ ਕੋਈ ਜਗ੍ਹਾ ਖਾਲੀ ਹੈ ਜਿੱਥੇ ਬੰਦਾ ਹੈ ਨਹੀਂ, ਕੋਈ ਪਰਮੇਸ਼ਰ ਹੈ ਨਹੀਂ। ਪਰਮੇਸ਼ਰ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭ ਨਹੀਂ ਜਾਈ। ਇਹ ਕੋਈ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਮਹਾਰਾਜ ਰੱਬ ਕਿੱਥੇ ਹੈ ਜੀ? ਉਹ ਕਹਿੰਦੇ ਸਾਨੂੰ ਤੂੰ ਇਹ ਦੱਸ ਜਗ੍ਹਾ ਹੈ ਕਿਹੜੀ ਜਿੱਥੇ ਰੱਬ ਹੈ ਨਹੀਂ, ਉਹ ਜਗ੍ਹਾ ਦੱਸ। ਜਿਸ ਜਗ੍ਹਾ 'ਤੇ ਕੋਈ ਬੰਦਾ ਪਹੁੰਚ ਨਹੀਂ ਸਕਦਾ, ਰੱਬ ਉੱਥੇ ਵੀ ਪਹੁੰਚ ਜਾਂਦਾ। ਪ੍ਰਹਲਾਦ ਨੂੰ ਅੱਗ ਵਿੱਚੋਂ ਬਚਾਉਣ ਵਾਲਾ ਪਰਮੇਸ਼ਰ ਹੀ ਸੀ। ਅੱਗ ਵਿੱਚੋਂ ਕੌਣ ਬਚਾ ਦਿੰਦਾ ਉਹਨੂੰ? ਅੱਗ ਦੀਆਂ ਲਾਟਾਂ ਦੇ ਵਿੱਚ ਬੈਠਾ ਹੋਇਆ ਕੌਣ ਬਚਾ ਸਕਦਾ ਸੀ? ਘੁਮਾਰਾਂ ਦੇ ਭਾਂਡਿਆਂ ਵਿੱਚ ਬਿੱਲੀ ਦੇ ਬੱਚਿਆਂ ਨੂੰ ਬਚਾਉਣ ਵਾਲਾ ਕੌਣ ਸੀ? ਰੱਬ ਰਹਿਆ ਸਭ ਨਹੀਂ ਜਾਈ। ਬਾਕੀ ਭਾਂਡੇ ਲਾਲ ਹੋ ਗਏ, ਪਰ ਭਾਈ ਬੱਚਿਆਂ ਨੂੰ ਸੇਕ ਨਹੀਂ ਲੱਗਿਆ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਿਹਾ ਸਭ ਨਹੀਂ ਜਾਈ। ਸਮੁੰਦਰ ਦੇ ਵਿੱਚ ਬੰਦਾ ਨਹੀਂ ਜਾ ਸਕਦਾ, ਜਹਾਜ਼ ਰਾਹੀਂ ਜਾਂਦਾ ਜਾਂ ਬੇੜੀ ਰਾਹੀਂ ਜਾਂਦਾ। ਜੇ ਕੋਈ ਬਾਹਰ ਖੜੇ ਬੰਦੇ ਨੂੰ ਕਹੇ ਮੇਰੀ ਆ ਕੇ ਮਦਦ ਕਰ, ਸਮੁੰਦਰ ਵਿੱਚ ਕਿੱਦਾਂ ਪਹੁੰਚੂਗਾ ਉਹ? ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹਨੂੰ ਯਾਦ ਕੀਤਾ, ਬੰਗਾਲ ਦੀ ਕਲਕੱਤੇ ਦੀ ਬੰਦਰਗਾਹ ਜਿਹੜੀ ਹੈ, ਉਹ ਤੋਂ 7-8 ਕਿਲੋਮੀਟਰ ਸਮੁੰਦਰ ਦੇ ਜਹਾਜ਼ ਫਸਿਆ ਹੋਇਆ ਸੀ। ਜੇ ਕੋਈ ਬੰਦਾ ਕਹਿੰਦਾ ਵੀ ਮੇਰਾ ਬੰਦੇ ਨੂੰ ਮੱਖਣ ਸ਼ਾਹ ਕਹਿੰਦਾ ਮੇਰਾ ਜਹਾਜ਼ ਬੰਨੇ ਲਾ ਦੇ, ਬੰਦਾ ਕਿੱਦਾਂ ਪਹੁੰਚਦਾ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਥੇ ਪਹੁੰਚ ਕੇ
जहाज बन्ने लाया। ਇਹਨੂੰ ਕਹਿੰਦੇ ਪਾਰ ਬ੍ਰਹਮ ਪੂਰਨ ਪਰਮੇਸ਼ਰ। ਰੱਬ ਰਹਿਆ ਸਭਨੀ ਜਾਈ। ਹਰੇਕ ਜਗ੍ਹਾ 'ਤੇ ਪਰਮੇਸ਼ਰ ਹੈ। ਜਿੱਥੇ ਯਾਦ ਕਰੋਗੇ ਉੱਥੇ ਹੀ ਹੈ, ਉੱਥੇ ਪਹੁੰਚੇਗਾ। ਯਾਦ ਕਰਨ ਵਿੱਚ ਫਰਕ ਹੋ ਸਕਦਾ, ਪਰਮੇਸ਼ਰ ਦੇ ਪਹੁੰਚਣ ਵਿੱਚ ਨਹੀਂ ਜਾ ਸਕਦਾ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਜਿਹੜੇ ਤੁਰ ਪਰਮੇਸ਼ਰ ਦੇ ਚਰਨਾਂ ਵਿੱਚ ਭਗਤ ਬੈਠੇ ਸਨ, ਉਹਨਾਂ ਦੀ ਬਾਣੀ ਹੈ ਇਹ ਕੋਈ ਉਰੇ ਪਰੇ ਇੱਥੇ ਬੰਦਿਆਂ ਦੀ ਬਾਣੀ ਨਹੀਂ ਹੈ। ਜਿਹੜੇ ਰਸਤਾ ਤੈਅ ਕਰ ਗਏ, ਮੰਜ਼ਿਲ ਤੈਅ ਕਰ ਗਏ, ਆਪਣੀ ਮੰਜ਼ਿਲ ਅਖੀਰ 'ਤੇ ਪਹੁੰਚ ਗਏ। ਨਦੀ ਸਮੁੰਦਰ ਵਿੱਚ ਵੜ ਗਈ, ਸਮੁੰਦਰ ਦਾ ਰੂਪ ਹੋ ਗਈ। ਜੇ ਕੋਈ ਹੁਣ ਕਹੇ ਪਈ ਉਸ ਅਖੀਰ ਉਹਨਾਂ ਦੇ ਵਿੱਚ ਕੋਈ ਕਮੀ ਹੋਗੀ, ਕਮੀ ਕਿੱਦਾਂ ਸਿਰੇ 'ਤੇ ਪਹੁੰਚ ਗਏ? ਉਹਨਾਂ ਵਿੱਚ ਤਾਂ ਕਮੀ ਨਹੀਂ ਹੈ। ਉਹਨਾਂ ਦੀ ਜੀਭ ਤੋਂ ਨਿਕਲੇ ਹੋਏ ਬੋਲ ਹੈ ਜਿਹੜੇ ਸੰਪੂਰਨਤਾ ਹੀ ਪ੍ਰਾਪਤ ਕਰ ਗਏ, ਪਰਮੇਸ਼ਰ ਸਰੂਪ ਹੋ ਗਏ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਉਹਨਾਂ ਨੂੰ ਕੋਈ ਪਹਿਚਾਣ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖਿਆ, ਇਨ ਬਿਦ ਕਰਤ ਤਪੱਸਿਆ ਪਇਓ ਦਵੈ ਤੇ ਏਕ ਰੂਪ ਹੋਏ ਗਇਓ। ਮੈਂ ਤਾਂ ਪਰਮੇਸ਼ਰ ਇੱਕ ਸਰੂਪ ਹੋ ਗਏ। ਜਿਹੜੇ ਇੱਕ ਸਰੂਪ ਹੋਏ ਸਨ ਉਹਨਾਂ ਦੀ ਬਾਣੀ ਹੈ। ਤੁਰ ਕੀ ਬਾਣੀ ਆਈ, ਉੱਥੋਂ ਆਈ ਹੈ। ਤਿਨ ਸਗਲੀ ਚਿੰਤ ਮਿਟਾਈ। ਉਹਨੇ ਮਨੁੱਖਾਂ ਦੀਆਂ ਚਿੰਤਾਂ ਖਤਮ ਕਰ ਦਿੱਤੀਆਂ। ਬਹੁਤ ਸਾਰੇ ਪੁਰਖਾਂ ਨੂੰ ਰਿਜ਼ਕ ਦੇ ਦਿੱਤਾ। ਬੜੇ ਰਾਗੀ ਕੀਰਤਨ ਕਰਕੇ ਆਪਣਾ ਰਿਜ਼ਕ ਕਰਨ ਲੱਗ ਗਏ, ਕੋਈ ਕਥਾ ਕਰਕੇ ਰਿਜ਼ਕ। ਬਹੁਤ ਸਾਰਾ ਕੋਈ ਮਾਲਾ ਵੇਚਣ ਲੱਗ ਗਿਆ, ਕੋਈ ਸ਼ਸਤਰ ਵੇਚਣ ਲੱਗ ਗਿਆ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਜੁੜੀਆਂ ਚੀਜ਼ਾਂ ਨੇ। ਕੋਈ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਵੇਚਣ ਲੱਗ ਗਿਆ, ਕੋਈ ਗੁਟਕੇ ਵੇਚਣ ਲੱਗ ਗਿਆ। ਬਹੁਤ ਲੋਕਾਂ ਦੀ ਚਿੰਤਾ ਖਤਮ ਕਰ ਦਿੱਤੀ, ਕਈਆਂ ਨੂੰ ਰਿਜ਼ਕ ਵਿੱਚ ਪਾ ਦਿੱਤਾ। ਕਈਆਂ ਦੇ ਮਨ ਦੀ ਚਿੰਤਾ ਖਤਮ ਕਰ ਦਿੱਤੀ। ਜਿਹੜੇ ਹਰ ਵੇਲੇ ਚਿੰਤਾ ਵਿੱਚ ਡੁੱਬੇ ਰਹਿੰਦੇ ਸਨ, ਉਹਨਾਂ ਦੀ ਚਿੰਤਾ ਖਤਮ ਕਰ ਦਿੱਤੀ, ਭਾਵੇਂ ਅਮੀਰ ਸਨ। ਕਿਉਂਕਿ ਬੜੇ ਬੜੇ ਜੋ ਦਿਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ। ਬੜੇ ਬੜੇ ਲੋਕ ਦਿਸਣ ਵਿੱਚ ਆਉਂਦੇ ਆ, ਚਿੰਤਾ ਵਿੱਚ ਫਸੇ ਪਏ ਆ। ਉਹਨਾਂ ਦੀ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਿਹੜੇ ਇਹਦੇ ਨਾਲ ਜੁੜੇ ਉਹਨਾਂ ਦੀ ਚਿੰਤਾ ਖਤਮ ਹੋ ਗਈ। ਦਿਆਲ ਪੁਰਖ ਮਿਹਰਬਾਨ। ਦਿਆਲ ਹੁੰਦਾ ਜਿਹੜਾ ਦਇਆ ਦਾ ਸਮੁੰਦਰ ਹੋਵੇ। ਦਿਆਲ ਸਾਰਿਆਂ 'ਤੇ ਦਇਆ ਕਰਨ ਵਾਲਾ, ਕਿਸੇ ਦਾ ਬੁਰਾ ਕਰਨ ਵਾਲਾ ਨਹੀਂ। ਜੀਵ ਜਿਹੜੇ ਬੁਰੇ ਕਰਮ ਆਪਣੇ ਕੀਤੇ ਉਹੀ ਭੋਗ ਰਹੇ ਆ। ਪਰਮੇਸ਼ਰ ਤਾਂ ਦਿਆਲ ਹੈ। ਜਿਹੜਾ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਲੈਂਦਾ ਹੈ, ਦਿਆਲ ਪਰਮੇਸ਼ਰ। ਦਿਆਲ ਪੁਰਖ ਪਰਮੇਸ਼ਰ ਨਿਰੰਕਾਰ ਪੁਰਖ ਵਾਚਕ ਹੀ ਪਰਮੇਸ਼ਰ ਦਾ ਹੈ। ਪੁਰਖ ਕਿਹਾ ਹੀ ਪਰਮੇਸ਼ਰ ਨੂੰ ਹੈ। ਅਕਾਲ ਪੁਰਖ ਉਹ ਪਰਮੇਸ਼ਰ ਪੁਰਖ ਹੈ। ਇਸ ਜਗਤ ਮੈਂ ਪੁਰਖ ਹੈ ਇੱਕੋ, ਹੋਰ ਸਗਲੀ ਨਾਰ ਸੁਵਾਈ। ਇੱਕੋ ਹੀ ਸੰਸਾਰ ਵਿੱਚ ਪੁਰਖ ਹੈ, ਬਾਕੀ ਸਾਰੀ ਸ੍ਰਿਸ਼ਟੀ ਵਿੱਚ ਨਾਰੀਆਂ ਨੇ। ਦਿਆਲ ਪੁਰਖ ਮਿਹਰਬਾਨਾ। ਪਰਮੇਸ਼ਰ ਤਾਂ ਮਿਹਰਬਾਨ ਹੈ ਭਾਈ। ਕੋਈ ਮਿਹਰਬਾਨਗੀ ਲੈਣ ਵਾਲਾ, ਉਹਦੀ ਬਖਸ਼ਿਸ਼ ਲੈਣ ਵਾਲਾ, ਕੋਈ ਉਹਦਾ ਪਾਤਰ ਬਣ ਜਾਵੇ, ਫਿਰ ਉਹ ਬਖਸ਼ਿਸ਼ ਕਰ ਦਿੰਦਾ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਸੱਚੀ ਗੱਲ ਭਾਈ ਮੈਂ ਤੁਹਾਨੂੰ ਦੱਸੀ ਹੈ, ਝੂਠੀ ਨਹੀਂ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਮਤ ਕੋਈ ਭੁਲੇਖਾ ਖਾ ਜਾਵੇ। ਇਹ ਕਹਿੰਦੇ ਮੈਂ ਸੱਚੀ ਗੱਲ ਦੱਸੀ ਹੈ। ਸੋ ਜਿੰਨੇ ਤੁਸੀਂ ਸੰਗਤ ਆਏ ਹੋ ਭਾਈ, ਸਾਰਿਆਂ ਦਾ ਧੰਨਵਾਦ ਹੈ। ਇਸੇ ਨਵੰਬਰ ਦੀ 13 ਤਰੀਕ ਨੂੰ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਦੇ ਪਵਿੱਤਰ ਅਸਥਾਨ 'ਤੇ ਉਹਨਾਂ ਦੀ ਸਾਲਾਨਾ ਬਰਸੀ ਮਨਾਈ ਜਾਣੀ ਹੈ। ਇੱਥੋਂ ਬੱਸ ਜਾਣੀ ਹੈ। ਜਿਨ੍ਹਾਂ ਨੇ ਜਾਣਾ ਹੋਵੇਗਾ ਸ਼ਾਮ ਨੂੰ 12 ਤਰੀਕ ਸ਼ਾਮ ਨੂੰ ਉਹ ਸੰਪਰਕ ਕਰ ਸਕਦੇ ਸੇਵਾਦਾਰਾਂ ਦੇ ਨਾਲ। ਸੋ ਸਾਰਿਆਂ ਦਾ ਧੰਨਵਾਦ ਹੈ ਜੀ। ਹੁਣ ਸੈਕਟਰੀ ਸਾਹਿਬ ਜਿੱਦਾਂ ਉਹਨਾਂ ਦਾ ਪ੍ਰੋਗਰਾਮ ਹੋਵੇਗਾ ਉਹ ਆਪ ਜੀ ਨੂੰ ਦਰਸਾਉਣਗੇ। ਇੰਨੇ ਬਚਨ ਪ੍ਰਵਾਨ ਕਰਨੇ। ਸਾਰੀ ਸੰਗਤ ਰਸਨਾ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।